ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਮਾਹਿਰ ਮਹਿਮਾਨ ਮੌਜੂਦ ਨੇ, ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤ ਸ਼ਰਮਾ ਜੀ। ਤੇ ਪਹਿਲਾਂ ਸਭ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਆਪਾਂ ਵਿਚਾਰ ਚਰਚਾ ਪ੍ਰੋਗਰਾਮ 'ਚ ਅੱਜ ਜਿਹੜੀ ਗੱਲ ਕਰਨੀ ਹੈ ਨਾ, ਉਹ ਬੜੀ ਸੈਂਸਿਟਿਵ ਜਿਹੀ ਹੈ। ਮੈਨੂੰ ਲੱਗਦਾ ਹੈ ਕਿ ਜੋ ਮੀਡੀਆ ਦਿਖਾ ਰਿਹਾ ਹੈ ਉਹਦੇ ਪਿੱਛੇ ਦੀ ਜਿਹੜੀ ਰਾਜ਼ ਹੈ ਉਹ ਅੱਜ ਆਪਾਂ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ 'ਤੇ। ਬਿਲਗਾ ਜੀ, ਸਭ ਤੋਂ ਪਹਿਲਾਂ ਤੁਹਾਡੇ ਵੱਲ ਹੀ ਆਉਣੀ ਆ। ਤੁਸੀਂ ਦਿੱਲੀ ਪਹੁੰਚੇ ਹੋਏ ਸੀ, ਵੈਸੇ ਤਾਂ ਅੰਮ੍ਰਿਤ ਜੀ ਵੀ ਸੀ, ਪਰ ਗਰਾਊਂਡ ਰਿਪੋਰਟ ਅਸੀਂ ਤੁਹਾਡੇ ਕੋਲੋਂ ਲੈਣਾ ਚਾਹਾਂਗੇ। ਹਾਂਜੀ ਪਰਮਿੰਦਰ ਜੀ, ਗਰਾਊਂਡ ਰਿਪੋਰਟ ਜਿਹੜੀ ਅਸੀਂ ਉੱਥੇ ਅੱਖਾਂ ਨਾਲ ਦੇਖੀ ਆ, ਅਸੀਂ ਸਾਰੇ ਪੱਖ ਦੇਖੇ। ਅਸੀਂ ਪੁਲਿਸ ਵਾਲਾ ਪੱਖ ਵੀ ਦੇਖਿਆ, ਅਸੀਂ ਆਮ ਸੰਘਰਸ਼ੀ ਪੱਖ ਵੀ ਦੇਖਿਆ, ਤੇ ਅਸੀਂ ਜਿਹੜੇ ਲੀਡ ਕਰ ਰਹੇ ਉਹਨਾਂ ਦਾ ਪੱਖ ਵੀ ਉੱਥੇ ਸਾਰਾ ਦੇਖਿਆ। ਜਿਹੜੇ ਇਸ ਅੰਦੋਲਨ ਨੂੰ ਅੱਗੇ ਰਿੰਗ ਰੋਡ ਵੱਲ ਲਿਜਾਣਾ ਚਾਹੁੰਦੇ ਸੀ ਉਹਨਾਂ ਦਾ ਅਸੀਂ ਪੂਰਾ ਪੱਖ ਦੇਖਿਆ। ਪਰ ਉਸ ਤੋਂ ਪਹਿਲਾਂ ਇੱਕ ਗੱਲ ਕਰਨੀ ਬਣਦੀ ਆ ਕਿ ਇਹ ਸ਼ੁਰੂਆਤ ਕਦੋਂ ਹੋਈ। ਇਹ ਸ਼ੁਰੂਆਤ ਹੁੰਦੀ ਆ ਤਕਰੀਬਨ 25 ਤਰੀਕ ਸ਼ਾਮ ਨੂੰ। 25 ਤਰੀਕ ਸ਼ਾਮ ਨੂੰ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਨਿਤਨੇਮ ਸਾਰਾ ਹੋਇਆ, ਅਰਦਾਸ ਹੋਈ, ਤਾਂ ਉਸ ਤੋਂ ਬਾਅਦ ਪ੍ਰਸ਼ਾਦ ਜਿਹੜਾ ਆ ਉਹ ਸੰਗਤ ਨੂੰ ਵਰਤਾਉਣ ਦੀ ਸ਼ੁਰੂਆਤ ਹੋਣ ਲੱਗੀ ਸੀ। ਤੇ ਉੱਥੇ ਕੁਝ ਨੌਜਵਾਨ ਆਏ, ਆਪਣੀ ਮੇਨ ਸਟੇਜ ਜਿਹੜੀ ਸਿੰਘੂ ਵਾਲੀ ਆ, ਉਹ ਮੇਨ ਸਟੇਜ ਤੇ ਜਦੋਂ ਨੌਜਵਾਨਾਂ ਨੇ ਆਣ ਕੇ ਉੱਚੀ ਉੱਚੀ ਨਾਅਰੇ ਲਾਉਣੇ ਸ਼ੁਰੂ ਕਰਤੇ ਵੀ ਸਾਡਾ ਰੋਡ ਰਿੰਗ ਰੋਡ, ਸਾਡਾ ਰੋਡ ਰਿੰਗ ਰੋਡ। ਪਹਿਲਾਂ ਉਹਨਾਂ ਦੀ ਗਿਣਤੀ ਕੋਈ ਸੀ 100-150 ਦੇ ਅੰਦਾਜ਼ਾ। ਹੌਲੀ ਹੌਲੀ ਉਹ ਗਿਣਤੀ ਕੋਈ 400-300 ਦੇ ਨੇੜੇ ਤੇੜੇ ਦੀ ਹੋ ਗਈ। ਤੇ ਉੱਥੇ ਇਹ ਅਸੀਂ ਫਿਰ ਉਸ ਵੇਲੇ ਉਹਦੀ ਕਵਰੇਜ ਵੀ ਕੀਤੀ, ਦਿਖਾਇਆ ਵੀ ਮੀਡੀਆ ਦੇ ਵਿੱਚ। ਪਰ ਉਹ ਜਦੋਂ ਗਿਣਤੀ ਥੋੜ੍ਹੀ ਵੱਧਦੀ ਗਈ ਤਾਂ ਉਹ ਚੱਲਦਾ ਐਪੀਸੋਡ, ਜਿਹੜੀ ਮੇਨ ਲੀਡਰ ਉੱਥੇ ਸਟੇਜ 'ਤੇ ਉਸ ਵੇਲੇ ਕੋਈ ਨਹੀਂ ਸੀਗਾ। ਜਿਹੜਾ ਸਟੇਜ ਨੂੰ ਚਲਾਉਣ ਵਾਲੇ ਪ੍ਰਬੰਧਕ ਸੀਗੇ ਜਾਂ ਪਾਠੀ ਸਾਹਿਬਾਨ ਸੀਗੇ, ਕੁਛ ਬੀਬੀਆਂ ਜਿਹੜੀਆਂ ਉੱਥੇ ਰੱਖਦੀਆਂ ਆਪਣਾ ਭੁੱਖ ਹੜਤਾਲ 'ਤੇ ਬੈਠੀਆਂ ਉਹ ਸੀਗੀਆਂ। ਤੇ ਸਥਿਤੀ ਕਾਫੀ ਉੱਥੇ ਤਣਾਅਪੂਰਨ ਹੋ ਗਈ। ਤੇ ਉਸ ਤੋਂ ਬਾਅਦ ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਠੰਡਾ ਕੀਤਾ ਜਾਵੇ ਨੌਜਵਾਨਾਂ ਨੂੰ, ਪਰ ਉਹ ਉਹਨਾਂ ਦਾ ਜਿਹੜਾ ਰੋਸ ਸੀ ਉਹ ਵੱਧਦਾ ਗਿਆ। ਉਹਦੇ ਵਿੱਚ ਫਿਰ ਸਮਾਂ ਪਾ ਕੇ ਲੱਖਾ ਸਿਧਾਣਾ ਦੀ ਵੀ ਐਂਟਰੀ ਹੋਈ। ਲੱਖਾ ਸਿਧਾਣਾ ਦੀ ਜਦੋਂ ਐਂਟਰੀ ਹੁੰਦੀ ਆ ਸਟੇਜ 'ਤੇ, ਫਿਰ ਉੱਥੇ ਦੀਪ ਸਿੱਧੂ ਦੀ ਵੀ ਹੋਈ। ਤੇ ਉਹ ਜਦੋਂ ਫਿਰ ਉਸ ਤੋਂ ਬਾਅਦ ਫਿਰ ਜਿਹੜੀ ਉਹਨਾਂ ਨੇ ਜਿਹੜੇ ਸਟੇਜ ਦੇ ਪ੍ਰਬੰਧਕ ਸੀ ਉਹਨੇ ਫਿਰ ਕਵਰੇਜ ਤੋਂ ਜਿਹੜਾ ਮੀਡੀਆ ਕਰਮੀਆਂ ਨੂੰ ਫਿਰ ਰੋਕ ਦਿੱਤਾ। ਤੇ ਕਾਫੀ ਜਹਿਦ ਤੋਂ ਬਾਅਦ ਇਹ ਤਕਰੀਬਨ ਚੱਲਿਆ ਐਵਰੇਜ 2 ਘੰਟੇ ਦੇ ਨੇੜੇ ਤੇੜੇ ਇਹ ਸਾਰਾ ਐਪੀਸੋਡ। ਪਰ ਉਹ ਫਿਰ ਇਹੀ ਹੋਇਆ ਵੀ ਮੀਟਿੰਗ ਚੱਲ ਰਹੀ ਜਥੇਬੰਦੀਆਂ ਦੀ, ਵੀ ਅਸੀਂ ਤੁਹਾਨੂੰ ਉਹਦੀ ਦੱਸਦੇ ਹਾਂ ਕਿੱਦਾਂ ਹੁੰਦੀ ਆ। ਸ਼ਾਂਤ ਕਰਕੇ ਸਾਰੇ ਆਪੋ ਆਪਣੇ ਕੈਂਪਾਂ ਨੂੰ, ਆਪਣੇ ਆਪਣੇ ਟਰਾਲੀਆਂ ਜਾਂ ਤੰਬੂਆਂ ਚਲੇ ਗਏ। ਉਸ ਤੋਂ ਬਾਅਦ ਲਗਾਤਾਰ ਜਿਹੜਾ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਦਾ ਪਹਿਲਾਂ ਵੀ ਮੀਟਿੰਗ ਅਸੀਂ ਰਿਪੋਰਟ ਕੀਤੀ ਵੀ ਉਹਨਾਂ ਨੇ 10 ਵਜੇ ਪਹਿਲਾਂ ਮੀਟਿੰਗ ਕੀਤੀ 25 ਤਰੀਕ ਨੂੰ ਦਿੱਲੀ ਪੁਲਿਸ ਦੇ ਨਾਲ। ਉਹਦਾ ਕੋਈ ਉਹਨਾਂ ਨੇ ਦੇ ਦਿੱਤਾ ਵੀ ਅਸੀਂ ਰਿੰਗ ਰੋਡ 'ਤੇ ਜਾਣਾ। ਉਸ ਤੋਂ ਬਾਅਦ ਸ਼ਾਮ ਨੂੰ ਮੀਟਿੰਗ ਹੋਈ ਤਾਂ ਉਹਨਾਂ ਦਾ ਕੋਈ ਵੀ ਪੈਚਅਪ ਨਹੀਂ ਹੋਇਆ। ਰਾਤ ਤਕਰੀਬਨ 11 ਤੋਂ ਲੈ ਕੇ 10 ਤੋਂ 11 ਵਜੇ ਦੇ ਵਿੱਚ ਉਹ ਟਰੈਕਟਰ ਜਿਨ੍ਹਾਂ ਨੇ ਜਾ ਕੇ ਦੂਏ ਦਿਨ 26 ਤਰੀਕ ਨੂੰ ਨਾਕਾ ਪਹਿਲਾਂ ਤੋੜਿਆ, ਉਹ ਟਰੈਕਟਰ ਪਹਿਲਾਂ ਹੀ ਉਹ ਸਿੰਘੂ ਬਾਰਡਰ ਤੋਂ ਪਹਿਲੇ ਜਿਹੜੇ ਪਹਿਲੀ ਕਲਾਸ ਦੇ ਬੈਰੀਅਰ ਸੀ ਉਹਨਾਂ ਦੇ ਨਾਲ ਬੰਪਰ ਲਾ ਕੇ ਖੜ੍ਹ ਗਏ ਸੀਗੇ। ਇਹ ਰਾਤ ਕੋ 10 ਤੋਂ 11 ਵਜੇ ਦਾ ਇਹ ਗਰਾਊਂਡ ਰਿਪੋਰਟ ਸੀਗੀ ਉਸ ਵੇਲੇ। ਉਸ ਤੋਂ ਬਾਅਦ ਜਦੋਂ ਸਵੇਰੇ ਇਹ ਕਿਸਾਨ ਜਥੇਬੰਦੀਆਂ ਨੇ 10 ਵਜੇ ਦਾ ਆਪਣਾ ਪ੍ਰੋਗਰਾਮ ਲਿਖਿਆ ਸੀਗਾ, ਜਿਹੜੀਆਂ ਸਰਕਾਰ ਧਿਰ ਨਾਲ ਗੱਲ ਕਰਦੀਆਂ ਸੀਗੀਆਂ। ਜਿਹੜੀ ਇਹ ਸਤਨਾਮ ਸਿੰਘ ਪੰਨੂ ਤੇ ਪੰਧੇਰ ਵਾਲੀ ਜਥੇਬੰਦੀ, ਇਹ ਵੈਸੇ ਹੀ ਉੱਥੇ ਬੇਸਿਕਲੀ ਇਹਨਾਂ ਦੇ ਨਾਲੋਂ ਅੱਗੇ ਬੈਠੀ ਆ, ਕਿਉਂਕਿ ਇਹ ਜੇ ਸਹੀ ਦੇਖਿਆ ਜਾਵੇ ਸਿੰਘੂ ਬਾਰਡਰ ਤੇ ਕੁੰਡਲੀ ਬਾਡੀ 'ਚ ਇੱਕੋ ਫਰਕ ਆ ਵੀ ਕੁੰਡਲੀ ਜਿਹੜਾ ਆ ਉਹ ਹਰਿਆਣੇ ਦਾ ਲਾਸਟ ਅੰਤਮ ਸ਼ਹਿਰ ਆ, ਤੇ ਉੱਧਰੋਂ ਸਿੰਘੂ ਜਿਹੜਾ ਆ ਉਹ ਦਿੱਲੀ ਦਾ ਪਹਿਲਾ ਸ਼ਹਿਰ ਆ। ਉਹ ਜਿਹੜਾ ਵਿਚਲੇ ਪਾਸੇ ਬੈਰੀਕੇਡ ਲੱਗਾ ਤੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਆ, ਉਹ ਇੱਕ ਸੈਂਟਰ ਪੁਆਇੰਟ ਆ। ਉਸ ਤੋਂ ਅੱਗੇ ਪੰਧੇਰ ਵਾਲੀ ਜਥੇਬੰਦੀ ਆ ਜਿਨ੍ਹਾਂ ਨੇ ਦਿੱਲੀ ਵੱਲੋਂ ਜਾਣਾ ਸੀਗਾ। ਇਹ ਉਰਲੇ ਪਾਸੇ ਜਿਹੜੀ ਮੇਨ ਸਟੇਜ ਸਿੰਘੂ ਵਾਲੀ ਜੇ ਤੁਰਾਜੇਵਾਲ ਜਾਂ ਹੋਰ 40 ਵਾਲੀ ਜਥੇਬੰਦੀਆਂ ਆਪਣਾ ਕੰਮ ਕਰਦੀਆਂ, ਸਟੇਜ ਚਲਾਉਂਦੀਆਂ। ਬਸ ਫਿਰ ਉਸ ਤੋਂ ਬਾਅਦ ਜਦੋਂ 8 ਵਜੇ ਇਹਨਾਂ ਨੇ ਪੰਧੇਰ ਵਾਲੇ ਗਰੁੱਪ ਨੇ ਚਾਲੇ ਪਾ ਲਿਆ, ਇਹ ਹਜੇ ਦੂਸਰੇ ਇੱਥੇ ਬੈਠੇ ਸੀਗੇ। ਇਹ ਸਾਰੀਆਂ ਰਿਪੋਰਟਾਂ ਤਕਰੀਬਨ ਆ ਚੁੱਕੀਆਂ ਆ। ਹੁਣ ਗੱਲ ਕਰਦੇ ਹਾਂ ਕਿ ਜਦੋਂ ਉਹ ਫਸਟ ਜਿੱਥੋਂ ਡਿਵਰਸ਼ਨ ਲੈਣੀ ਸੀ ਮੁਕਰਬਾ ਚੌਂਕ ਤੋਂ, ਅਸੀਂ ਉੱਥੇ ਤਕਰੀਬਨ ਅੱਧਾ ਘੰਟਾ ਪਹਿਲਾਂ ਇਹ ਪਹੁੰਚ ਗਏ ਸੀ ਇਹਨਾਂ ਨਾਲੋਂ। ਤੇ ਉੱਥੇ ਜਿਹੜੇ ਹਾਲਾਤ ਜਾ ਕੇ ਪੈਦਾ ਹੋਏ, ਕੁਛ ਤਾਂ ਨੌਜਵਾਨ ਜਿਹੜੇ ਮੋਟਰਸਾਈਕਲਾਂ ਤੇ, ਕੁਛ ਆਪਣੀਆਂ ਨਿੱਜੀ ਗੱਡੀਆਂ ਤੇ ਜਾਂ ਕੁਛ ਟਰੈਕਟਰਾਂ ਤੇ ਲੰਘ ਚੁੱਕੇ ਸੀ, ਕੁਛ ਪੰਧੇਰ ਵਾਲਾ ਗਰੁੱਪ ਤੁਰ ਕੇ ਆ ਰਿਹਾ ਸੀ। ਪਹਿਲੀ ਜਿਹੜੀ ਸੀ ਉਸ ਤੋਂ ਅੱਧੇ ਕੁ ਘੰਟੇ ਦੀ ਰਿਪੋਰਟ ਉਦੋਂ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਜਿਹੜਾ ਸਰਵਣ ਸਿੰਘ ਪੰਧੇਰ, ਇਹ ਸਾਰੀ ਜਥੇਬੰਦੀ ਜਾ ਰਹੀ ਸੀ। ਪਰ ਜਿੱਦਾਂ ਉਹ ਟਰਨਿੰਗ ਪੁਆਇੰਟ ਦੇ ਲਾਗੇ ਚਲੇ ਗਏ, ਉੱਥੇ ਜਾ ਕੇ ਸਤਨਾਮ ਸਿੰਘ ਪੰਨੂ ਨੇ ਉੱਥੇ ਜਿਹੜਾ ਆਫੀਸਰ ਸੀਗਾ ਉਹਦੇ ਨਾਲ ਇਹ ਗੱਲ ਕੀਤੀ ਵੀ ਅਸੀਂ ਸੱਜੇ ਹੱਥ ਨਹੀਂ ਜਾਣਾ, ਅਸੀਂ ਸਿੱਧਾ ਰਿੰਗ ਰੋਡ 'ਤੇ
ਜਾਣਾ ਤੇ ਉਹ ਆਫੀਸਰ ਨੇ ਕਿਹਾ ਜੀ ਮੈਂ ਤੁਹਾਨੂੰ ਗੱਲ ਕਰਕੇ ਦੱਸਦਾ, ਅੱਧੇ ਘੰਟੇ ਦਾ ਟਾਈਮ ਦੇ ਦਿੱਤਾ ਪਰ ਅੱਧਾ ਘੰਟਾ ਉਹ ਲੰਘਿਆ ਨਹੀਂ। ਪਹਿਲਾਂ ਇੱਕ ਫਲੈਕਸੀ ਲੱਗੀ ਸੀ ਜਿੱਤੇ ਟਰਨ ਰਾਈਟ ਲਿਖਿਆ ਸੀਗਾ। ਪਹਿਲਾਂ ਉਹ 15 ਕੁ ਮਿੰਟਾਂ ਬਾਅਦ ਜਦੋਂ ਨੌਜਵਾਨ ਜਿਹੜੇ ਸੀਗੇ ਉਹ ਪੁਲਿਸ ਨੂੰ ਪਿੱਛੇ ਨੂੰ ਧੱਕਣ ਲੱਗ ਗਏ ਤਾਂ ਉਹ ਫਲੈਕਸੀ ਪਹਿਲਾਂ ਪਾੜੀ ਗਈ। ਫਲੈਕਸੀ ਪਾੜੀ ਗਈ ਤਾਂ ਉਹਦੇ ਪਿਛਲੇ ਪਾਸੇ ਲੋਹੇ ਦੇ ਬੈਰੀਕੇਡ ਸੀਗੇ। ਉਹ ਲੋਹੇ ਦੇ ਬੈਰੀਕੇਡ ਚੱਕਣ ਲੱਗਿਆਂ ਪੁਲਿਸ ਨੇ ਉੱਥੇ ਕੋਈ ਜ਼ਿਆਦਾ ਉਹਨਾਂ ਦੇ ਨਾਲ ਕੋਈ ਉਲਝਣਾ ਨਹੀਂ ਚਾਹਿਆ। ਪੁਲਿਸ ਸਟੈਪ ਬਾਈ ਸਟੈਪ ਪਿੱਛੇ ਹਟਦੀ ਗਈ। ਪਿੱਛੇ ਹਟਣ ਤੋਂ ਬਾਅਦ ਕੀ ਹੋਇਆ ਤੇ ਉਹ ਲੋਹੇ ਦੇ ਜਿਹੜੇ ਬੈਰੀਕੇਡ ਸੀ ਉਹ ਮਿੰਟੋ ਮਿੰਟੀ ਨੌਜਵਾਨਾਂ ਨੇ ਚੱਕ ਕੇ ਸਾਈਡ ਤੇ ਕਰਤੇ। ਉਸ ਤੋਂ ਅੱਗੇ ਪੱਥਰ ਸੀਗੇ, ਬਸ ਪੱਥਰਾਂ ਦੇ ਉੱਤੇ ਜਿਹੜੇ ਤੁਰ ਕੇ ਜਾਣ ਵਾਲੇ ਨੌਜਵਾਨ ਤੇ ਉਹ ਤਾਂ ਛਾਲਾਂ ਮਾਰ ਕੇ ਲੰਘ ਗਏ ਅੱਗੇ। ਕੁਛ ਪੁਲਿਸ ਦੀਆਂ ਜਿਹੜੀਆਂ ਵੈਨਾਂ ਖੜੀਆਂ ਸੀਗੀਆਂ, ਬਾਰਡਰ ਕੈਨਲ ਵਾਲੀਆਂ ਗੱਡੀਆਂ ਖੜੀਆਂ ਸੀ, ਕੁਛ ਉੱਤੇ ਚੜ੍ਹ ਗਿਆ ਤੇ ਪੁਲਿਸ ਨੇ 15 ਕੁ ਮਿੰਟ ਬਾਅਦ ਅਥਰੂ ਗੈਸ ਦੇ ਗੋਲੇ ਜ਼ਰੂਰ ਛੱਡੇ ਆ। ਹੋਰ ਪੁਲਿਸ ਨੇ ਉੱਥੇ ਕੋਈ ਇੱਦਾਂ ਦੀ ਕਾਰਵਾਈ ਨਹੀਂ ਕੀਤੀ ਜਿਹੜੀ ਪੁਲਿਸ ਜਾਣੀ ਕਿ ਕਰਦੀ ਹੁੰਦੀ ਆ ਅਕਸਰ, ਕੋਈ ਰੋਕਣ ਵਾਲੀ ਜਾਂ ਕੋਈ ਬਾਹਲੀ ਕੋਈ ਲਾਠੀ ਚਾਰਜ ਦੀ ਕੁਛ ਨਹੀਂ। ਗੋਲੇ ਛੱਡ ਕੇ ਜਦੋਂ ਫਿਰ ਹੌਲੀ ਹੌਲੀ ਪਿੱਛੋਂ ਲੋਕ ਆਉਂਦੇ ਗਏ, ਵੱਧਦੇ ਗਏ, ਟਰੈਕਟਰ ਮਗਰ ਪਾ ਕੇ ਪੱਥਰ ਧੂਣੇ ਸ਼ੁਰੂ ਹੋ ਗਏ। ਸਾਰਾ ਕੁਛ ਆਪਾਂ ਮੀਡੀਆ 'ਚ ਦੇਖ ਲਿਆ। ਉੱਥੇ ਸਭ ਨੂੰ ਵੱਡੀ ਗੱਲ ਇਹ ਬਣਦੀ ਆ ਵੀ ਜਿੱਦਾਂ ਪੁਲਿਸ ਚਾਹੁੰਦੀ ਉੱਥੇ ਰੋਕਣਾ ਤੇ ਹਜੇ ਉਸ ਵੇਲੇ ਤੱਕ ਐਡੀ ਜ਼ਿਆਦਾ ਉੱਥੇ ਕੋਈ ਇਕੱਠ ਜਾਂ ਹਜੂਮ ਜਾਂ ਜ਼ਿਆਦਾ ਗਿਣਤੀ ਨਹੀਂ ਸੀ, ਕਿਉਂਕਿ ਸਰਵਣ ਸਿੰਘ ਭੰਦੇਰ ਵਾਲਾ ਜਿਹੜਾ ਪਿੱਛੋਂ ਜਾਬਕਰ ਦਾ ਗਰੁੱਪ ਆ ਰਿਹਾ ਸੀ ਉਸ ਤੋਂ ਵੀ 15-20 ਮਿੰਟ ਬਾਅਦ ਆਇਆ। ਜਦੋਂ ਇਹ ਬੈਰੀਕੇਡ ਤੋੜਨ ਵਾਲੀ ਗੱਲ ਹੋਈ ਆ ਉਦੋਂ ਹਜੇ ਥੋੜ੍ਹੇ ਨੌਜਵਾਨ ਸੀਗੇ, ਪਰ ਉਹ ਪੁਲਿਸ ਦਾ ਜੋ ਅਸੀਂ ਉੱਥੇ ਰੋਲ ਦੇਖਿਆ, ਉਹਨਾਂ ਨੇ ਅਥਰੂ ਗੈਸ ਦੇ ਗੋਲਿਆਂ ਤੋਂ ਬਿਨਾਂ ਬਸ ਇੱਕ ਫਾਰਮੈਲਿਟੀ ਜਿੱਦਾਂ ਕਹਿੰਦੇ ਹੁੰਦੇ ਕੀਤੀ ਆ। ਨਾ ਉਹਨੇ ਕਿਸੇ ਨੂੰ ਬੈਨ ਤੇ ਚੜ੍ਹੇ ਕਿਸੇ ਨੌਜਵਾਨ ਨੂੰ ਲਾਇਆ, ਨਾ ਉਹਨੇ ਕਿਸੇ ਵੱਲ ਕੋਈ ਬੰਦੂਕਾਂ ਸਿੱਧੀਆਂ ਕੀਤੀਆਂ। ਪਹਿਲਾਂ ਜਦੋਂ ਆਵਾਜ਼ ਆਈ ਸੀ ਤਾਂ ਲੱਗਾ ਸੀ ਵੀ ਗੋਲੀ ਚੱਲੀ ਆ, ਅਸੀਂ ਕਵਰੇਜ ਵੀ ਕਰ ਰਹੇ ਸੀਗੇ, ਪਰ ਉਹ ਫਿਰ ਇਹ ਸੀਗਾ ਵੀ ਉਹ ਅਥਰੂ ਗੈਸ ਵਾਲੇ ਗੋਲੇ ਸੀਗੇ। ਪੁਲਿਸ ਵੀ ਉਹ ਜਿਹੜਾ ਵੱਡਾ ਸਾਰਾ ਢੇਰ ਲੱਗਾ ਦਿੱਲੀ ਦੇ, ਆਪਾਂ ਦੇਖਦੇ ਜਾਂਦੇ ਖੱਬੇ ਹੱਥ ਕੂੜੇ ਦਾ, ਉਹਦੇ ਨਾਲ ਨਾਲ ਇੱਕ ਡਰੇਨ ਚੱਲਦੀ ਆ। ਪੁਲਿਸ ਨੇ ਲੇਡੀਜ਼ ਮੁਲਾਜ਼ਮ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਡਰੇਨ ਵੱਲ ਨੂੰ ਜਾਣ ਦੀ। ਪੁਲਿਸ ਜਿੱਦਾਂ ਜਿੱਦਾਂ ਪਿੱਛੇ ਹਟਦੀ ਗਈ, ਨੌਜਵਾਨ ਫਿਰ ਨਾਕੇ ਤੋੜਦੇ ਅੱਗੇ ਵੱਧ ਗਏ। ਮੇਰੇ ਖਿਆਲ 15-20 ਮਿੰਟ ਦੇ ਵਿੱਚ ਉਹਨਾਂ ਨੇ ਉਹ ਜਿਹੜਾ ਰਾਸਤਾ ਸੀ ਲੰਘਣ ਜੋਗਾ ਪੱਧਰਾ ਕਰ ਲਿਆ। ਉਹ ਤੋਂ ਇਹ ਲੱਗਦਾ ਆ ਵੀ ਜਿੱਦਾਂ ਬਾਅਦ ਵਿੱਚ ਰਿਪੋਰਟਾਂ ਆਈਆਂ ਆ, ਰਿਪੋਰਟਾਂ ਆਉਣ ਤੋਂ ਬਾਅਦ ਇਹੀ ਲੱਗਾ ਆ ਵੀ ਪੁਲਿਸ ਜਿਹੜੀ ਸੀਗੀ ਉਹ ਵਾਕਿਆ ਹੀ ਨੌਜਵਾਨਾਂ ਨੂੰ ਰੋਕਣਾ ਨਹੀਂ ਸੀ ਚਾਹੁੰਦੀ ਤੇ ਉਹ ਜਿੱਦਾਂ ਵੀ ਨੌਜਵਾਨਾਂ ਨੇ ਮੋਹਰ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਿੱਛੇ ਹਟਦੀ ਗਈ। ਉਸ ਤੋਂ ਬਾਅਦ ਫਿਰ ਜਿੱਦਾਂ ਕੋਈ ਲੋਕ ਕੋਈ ਲਾਲ ਕਿਲ੍ਹੇ ਨੂੰ ਨਿਕਲ ਗਿਆ, ਕੋਈ ਬਾਅਦ ਰਾਹ 'ਚ ਰੁਕ ਗਿਆ। ਜਿਹੜੀ ਫਿਰ ਲਾਲ ਕਿਲ੍ਹੇ ਤੇ ਜਾ ਕੇ ਜਿਹੜੀ ਫਿਰ ਘਟਨਾ ਹੁੰਦੀ ਆ, ਉਸ ਤੋਂ ਬਾਅਦ ਉਹਨੂੰ ਕਿੱਦਾਂ ਦੇ ਫਿਰ ਪੁਲਿਸ ਵੱਲੋਂ ਆਪਣਾ ਰੰਗ ਦਿੱਤਾ ਜਾ ਰਿਹਾ, ਸਰਕਾਰ ਆਪਣਾ ਪੱਖ ਪੇਸ਼ ਕਰ ਰਹੀ ਆ, ਨੌਜਵਾਨ ਜਿਹੜੇ ਉੱਥੇ ਗਏ ਸੀ ਉਹ ਆਪਣਾ ਪੱਖ ਦੱਸ ਰਹੇ ਆ। ਹਜੇ ਇਹਦੇ ਵਿੱਚੋਂ ਕੋਈ ਬਹੁਤ ਜ਼ਿਆਦਾ ਕਲੀਅਰ ਨਹੀਂ ਆ ਰਿਹਾ ਵੀ ਜਦੋਂ ਨੌਜਵਾਨ ਦੀ ਪਹਿਲੇ ਰੌਲਾ ਪੈ ਗਿਆ ਜੀ ਪੁਲਿਸ ਨੇ ਗੋਲੀ ਦੇ ਨਾਲ ਉਹ ਮੁੰਡਾ ਸ਼ੂਟ ਕਰਤਾ, ਫਿਰ ਉਹਦਾ ਇੱਕ ਵੀਡੀਓ ਆ ਗਿਆ ਜੀ ਉਹ ਟਰੈਕਟਰ ਜਿਹੜਾ ਉਹਦਾ ਸਿੱਧਾ ਬੈਰੀਕੇਡ 'ਚ ਲੱਗਾ ਟਰੈਕਟਰ ਪਲਟ ਗਿਆ। ਫਿਰ ਇੱਕ ਵੀਡੀਓ ਇੱਦਾਂ ਦਾ ਵੀ ਸੋਸ਼ਲ ਮੀਡੀਆ ਫਿਰਦੇ ਵੀ ਉਹ ਟਰੈਕਟਰ ਵਿੱਚੋਂ ਵੀ ਪੁਲਿਸ ਨੇ ਕੱਢਿਆ। ਹਜੇ ਉਹਦੇ ਵਿੱਚੋਂ ਵੀ ਕੁਛ ਨਹੀਂ ਪਤਾ ਲੱਗ ਗਿਆ ਵੀ ਉਹਦੇ ਪਹਿਲਾਂ ਗੋਲੀ ਲੱਗ ਚੁੱਕੀ ਸੀ, ਬਾਅਦ 'ਚ ਟਰੈਕਟਰ ਪਲਟਿਆ ਜਾਂ ਕਿੱਦਾਂ ਮਤਲਬ ਹੋਈ ਆ। ਉਹ ਹੁਣ ਸਮੇਂ ਦੇ ਆਉਣ 'ਤੇ ਪਤਾ ਲੱਗੂਗਾ। ਇਹ ਤਾਂ ਸੀ ਗਰਾਊਂਡ ਦੀ ਉੱਥੇ ਦੀ ਰਿਪੋਰਟ 26 ਤਰੀਕ ਦੀ। ਉਸ ਤੋਂ ਬਾਅਦ ਆ ਜੀ ਆਪਾਂ ਹੁਣ 27 ਤਰੀਕ 'ਤੇ। 26 ਤਰੀਕ ਸ਼ਾਮ ਨੂੰ ਜਿਹੜੇ ਇਸ ਅੰਦੋਲਨ ਨੂੰ ਲੈ ਕੇ ਬਹੁਤ ਜ਼ਿਆਦਾ ਸੁਹਿਰਦ ਸੀ ਤੇ ਸ਼ਾਂਤੀ ਰੱਖਣ ਦੀ ਅਪੀਲ ਕਰਨ ਵਾਲੇ ਜਾਂ ਸ਼ਾਂਤੀ ਦੇ ਵਿੱਚ ਆਪਣਾ ਵਿਚਾਰ ਰੱਖਦੇ ਸੀ, ਉਹਨਾਂ ਲੋਕਾਂ ਦੇ ਮੱਥੇ ਤੇ ਸ਼ਿਕਨ ਸੀ, ਚਿਹਰੇ ਤੇ ਨਿਰਾਸ਼ਾ ਸੀ ਵੀ ਇਹ ਜੋ ਅਸੀਂ ਸੋਚਿਆ ਨਹੀਂ ਸੀ ਅੱਜ ਉਹ ਹੋ ਗਿਆ। ਉਹਦੇ ਲਈ ਜ਼ਿੰਮੇਵਾਰ ਕੌਣ ਹੈ ਉਹ ਇੱਕ ਅਲੱਗ ਵਿਸ਼ਾ ਆ। 27 ਤਰੀਕ ਸਵੇਰ ਹੁੰਦੀ ਆ, ਲੋਕਾਂ ਨੇ ਜਿਹੜੇ ਚਾਲੇ ਪਾਉਣੇ ਸੀ ਖੁਸ਼ੀ ਨਾਲ ਪੰਜਾਬ ਨੂੰ, ਉਹਦੇ ਵਿੱਚ ਥੋੜ੍ਹਾ ਵਾਲਾ ਕਿਤੇ ਇੱਦਾਂ ਵੀ ਸੀਗਾ ਵੀ ਜਦੋਂ ਇਹ ਘਟਨਾ ਬਹੁਤ ਸਾਰੇ ਟਰੈਕਟਰ ਸ਼ਾਮਲ ਹੀ ਨਹੀਂ ਹੋ ਸਕੇ ਕਿਉਂਕਿ ਗਾਂਹ ਜਾ ਕੇ ਜਥੇਬੰਦੀਆਂ ਦੀ ਉਹ ਡਿਵਾਈਡੇਸ਼ਨ ਹੋ ਗਈ। ਕੁਛ ਕਹਿੰਦੇ ਇੱਧਰ ਜਾਣਾ, ਕੁਛ ਕਹਿੰਦੇ ਇੱਧਰ ਜਾਣਾ ਆ ਤੇ ਲੰਬਾ ਜਾਮ ਸੀ, ਨਿਕਲ ਨਹੀਂ ਸਕੇ ਸਿੰਘੂ ਤੋਂ ਬਾਰਡਰ KMP ਤੱਕ। ਅਸੀਂ ਕਹਿ ਸਕਦੇ ਹਾਂ ਹਜ਼ਾਰਾਂ ਟਰੈਕਟਰ ਇੱਦਾਂ ਦੇ ਸੀਗੇ ਜਿਹੜੇ ਲਾਈਨ 'ਚ ਲੱਗੇ ਰਹਿ ਗਏ, ਉਹ ਪਹੁੰਚ ਹੀ ਨਹੀਂ ਸਕੇ। 3-3:30 ਵਜੇ ਤੱਕ ਵੇਟ ਕੀਤੀ। ਉਦੋਂ ਬਾਅਦ ਲਾਲ ਕਿਲ੍ਹੇ ਵਾਲਾ ਮੀਡੀਆ 'ਚ ਆਉਣ ਲੱਗ ਪਿਆ ਵੀ ਰੌਲਾ ਪੈ ਗਿਆ, ਬਹੁਤ ਨੌਜਵਾਨ ਫਿਰ ਪਿੱਛੇ ਖੜੇ ਰਹਿ ਗਏ। ਮੁਰਥਲ ਤੱਕ ਜਿਹੜਾ ਜਾਮ ਸੀਗਾ ਤੇ ਉਸ ਤੋਂ ਬਾਅਦ ਫਿਰ ਉਹ 27 ਤਰੀਕ ਨੂੰ ਜਿੱਦਾਂ ਵੀ ਅਗਲੇ ਦਾ ਆਪਣਾ ਕੋਈ ਨਿਰਧਾਰਿਤ ਪ੍ਰੋਗਰਾਮ ਸੀ ਉਹ ਫਿਰ ਵਾਪਸ ਆਉਣਾ ਸ਼ੁਰੂ ਹੋ ਗਿਆ। ਪਰ ਇਹ ਨਿਰਾਸ਼ਾ ਜ਼ਰੂਰ ਸੀਗੀ ਵੀ ਜੋ ਤੱਕਿਆ ਸੀ ਉਹ ਉਸ ਵਿਸ਼ੇ ਤੋਂ ਜਾਂ ਜਿਹੜਾ ਇਸ ਅੰਦੋਲਨ ਦੀ ਇੱਕ ਬਹੁਤ ਵੱਡੀ ਵਿਲੱਖਣਤਾ ਸੀ, ਪਛਾਣ ਸੀ ਵੀ ਸ਼ਾਂਤੀ ਸੀਗੀ। ਇਹ ਅੰਦੋਲਨ ਦਾ ਇੱਕ ਪਛਾਣ ਹੀ ਇਹ ਸੀਗੀ ਵੀ ਇੱਡਾ ਦੁਨੀਆ ਦਾ ਅੰਦੋਲਨ ਸ਼ਾਂਤਮਈ ਕਦੀ ਦੇਖਿਆ ਨਹੀਂ। ਉਹਦੇ 'ਤੇ ਕਿਤੇ ਨਾ ਕਿਤੇ ਉਸ ਸ਼ੀਸ਼ੇ ਦੇ ਵਿੱਚ ਤਰੇੜ ਜ਼ਰੂਰ ਆਈ ਆ। ਤੇ ਪਰ ਕੱਲ੍ਹ ਸ਼ਾਮ 27 ਆਉਂਦੇ ਰਾਜੇਵਾਲ ਸਾਹਿਬ ਦਾ ਬਿਆਨ ਆ ਗਿਆ, ਸਟੇਜ ਚੱਲ ਪਈ, ਸਾਰਾ ਕੁਛ ਨੋਰਮਲ ਹੋ ਗਿਆ। ਪਰ ਉਹ ਜਿਹੜਾ ਪਹਿਲਾਂ ਇੱਕ ਕਹਿੰਦੇ ਹੁੰਦੇ ਭਰਪਾਈ ਸ਼ਾਮ ਤੱਕ ਕਾਫੀ ਇਸ ਚੀਜ਼ ਦੀ ਹੋ ਗਈ, ਪਰ ਸ਼ਾਮ ਤੱਕ ਜਿਹੜੇ ਆ ਤਕਰੀਬਨ ਕਹਿ ਸਕਦੇ ਉੱਥੇ ਬੈਠੇ ਅੰਦੋਲਨਕਾਰੀ ਆ ਉਹ ਬਹੁਤ ਜ਼ਿਆਦਾ ਫਿਰ ਉਤਸ਼ਾਹ ਵਿੱਚ ਆ ਗਿਆ ਤੇ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਟਰੈਕ 'ਤੇ ਸਾਰਾ ਇਹ ਅੰਦੋਲਨ ਦੁਬਾਰਾ ਆ ਜਾਊਗਾ।
ਤੇ ਅਸੀਂ ਦੁਆ ਤਾਂ ਇਹੀ ਕਰਦੇ ਹਾਂ ਕਿ ਇਹ ਟਰੈਕ ਬਣਿਆ ਰਹੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਤੇ ਬਿਲਗਾ ਜੀ, ਆਪਾਂ ਤੁਹਾਡੇ ਕੋਲੋਂ ਜਾਣ ਲਈਏ ਪੂਰੀ ਤਰ੍ਹਾਂ ਗਰਾਊਂਡ ਰਿਪੋਰਟ ਵੀ 25 ਸ਼ਾਮ ਤੋਂ ਲੈ ਕੇ 27 ਸਵੇਰ 27 ਸ਼ਾਮ ਤੱਕ ਕੀ ਕੁਝ ਹੋਇਆ। ਤੇ ਅੰਮ੍ਰਿਤ ਜੀ ਵੀ ਦਿੱਲੀ ਪਹੁੰਚੇ ਹੋਏ ਸੀ ਤੇ ਉਹਨਾਂ ਕੋਲੋਂ ਵੀ ਆਪਾਂ ਪੂਰੀ ਜਾਣਕਾਰੀ ਲਵਾਂਗੇ। ਪਰ ਇਸ ਵੇਲੇ ਵੇਲਾ ਹੈ ਪ੍ਰੋਗਰਾਮ 'ਚ ਬ੍ਰੇਕ ਦਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ। ਤੇ ਅੰਮ੍ਰਿਤ ਜੀ, ਤੁਹਾਡੇ ਵੱਲ ਆਉਂਦੇ ਆ। ਬਿਲਗਾ ਸਾਹਿਬ ਤੋਂ ਤਾਂ ਆਪਾਂ ਲੈ ਲਈ ਗਰਾਊਂਡ ਰਿਪੋਰਟ, ਤੁਸੀਂ ਵੀ ਦਿੱਲੀ ਗਏ ਸੀ। ਤੁਹਾਡੀਆਂ ਅੱਖਾਂ ਨੇ ਜੋ ਨਜ਼ਾਰਾ ਤੱਕਿਆ ਹੈ ਉਹ ਕਿੰਨਾ ਕੁ ਜੋ ਮੀਡੀਆ ਦਿਖਾ ਰਿਹਾ ਹੈ ਉਹਦੇ ਬਰਾਬਰ ਦਾ ਹੈ ਜਾਂ ਉਸ ਤੋਂ ਪਿੱਛੇ ਕੋਈ ਹੋਰ ਵੀ ਹੈ? ਦੇਖੋ ਜੀ, ਇੱਕ ਤੁਹਾਡੀ ਮਨੁੱਖੀ ਅੱਖ ਆ ਤੇ ਇੱਕ ਕੈਮਰੇ ਦੀ ਅੱਖ ਆ। ਮਨੁੱਖੀ ਅੱਖ ਬਹੁਤ ਥੋੜੀਆਂ ਚੀਜ਼ਾਂ ਦੇਖ ਸਕਦੀ ਆ, ਕੈਮਰਾ ਉਹਨੂੰ ਹੋਰ ਆਸਪੈਕਟ ਤੋਂ ਦੇਖਦਾ। ਮੈਂ ਇੱਕ ਕੈਮਰੇ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਕੈਮਰੇ ਤੋਂ ਗੱਲ ਕਰਦਾ। ਮੇਰਾ ਮਤਲਬ ਉੱਥੇ ਜਿੰਨੇ 150 200 400 500 ਚੈਨਲ ਸੀ, ਉਹ ਅਲੱਗ-ਅਲੱਗ ਚੀਜ਼ਾਂ ਦਿਖਾ ਰਿਹਾ ਤੇ ਅਸੀਂ ਇੱਥੇ ਬੈਠ ਕੇ ਉਹਨੂੰ ਟੀਵੀ ਤੇ ਦੇਖਦੇ ਹਾਂ। ਤੇ ਇਸ ਵਾਰ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਕ੍ਰਿਕਟ ਮੈਚ ਦੇਖਣ ਗਰਾਊਂਡ 'ਚ ਜਾਂਦੇ ਹਾਂ ਤੇ ਗਰਾਊਂਡ 'ਚੋਂ ਸਾਨੂੰ ਉਨੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਜਿੰਨੀਆਂ ਘਰੇ ਬੈਠ ਕੇ ਅਸੀਂ ਟੀਵੀ ਤੇ ਦੇਖ ਸਕਦੇ ਹਾਂ। ਬਿਲਕੁਲ ਠੀਕ। ਪਰ ਉੱਥੇ ਜਾਣ ਦੀ ਉਤਸੁਕਤਾ ਸੀ ਕਿ ਜਿਹੜਾ ਅੰਦੋਲਨ ਆ ਬਹੁਤ ਦੇਰ ਤੋਂ ਚੱਲ ਰਿਹਾ। ਪਹਿਲਾਂ ਵੀ ਅਸੀਂ ਕਈ ਵਾਰ ਗਏ ਹਾਂ, ਚੈਨਲ ਦੇ ਮਾਧਿਅਮ ਤੋਂ ਤੇ ਨਹੀਂ ਗਏ ਸੀ, ਅਸੀਂ ਆਪਣੇ ਤੌਰ ਤੇ ਵੀ ਗਏ ਹਾਂ ਤੇ ਉਧਰੋਂ ਵੀ ਗਏ। ਮਸਲਾ ਸਿਰਫ ਇਸ ਦੇਖਣ ਦਾ ਸੀਗਾ ਕਿ ਉੱਥੇ ਕੀ ਹੋ ਰਿਹਾ, ਕਿਉਂ ਹੋ ਰਿਹਾ ਤੇ ਕਿਵੇਂ ਹੋ ਰਿਹਾ। ਤੇ 26 ਨਵੰਬਰ ਨੂੰ ਹੀ ਅਨਾਉਂਸਮੈਂਟ ਹੋ ਗਈ ਸੀ। 26 ਨਵੰਬਰ ਨੂੰ ਅਸੀਂ ਉੱਥੇ ਪਹੁੰਚੇ ਸੀ ਤੇ ਇਹਨਾਂ ਨੇ ਕਿਹਾ ਸੀ ਕਿ 26 ਜਨਵਰੀ ਨੂੰ ਅਸੀਂ ਇੱਕ ਪੈਰਲਲ ਪਰੇਡ ਕਰਾਂਗੇ। ਕਾਫੀ ਸਾਰੀਆਂ ਮੀਟਿੰਗਸ ਤੋਂ ਬਾਅਦ ਜਦੋਂ ਹੱਲ ਨਹੀਂ ਹੋਇਆ ਸੀ ਤੇ ਪੈਰਲਲ ਪਰੇਡ ਦੀ ਗੱਲ ਹੋਈ ਸੀ। ਸਾਨੂੰ ਅਚੰਭਾ ਵੀ ਲੱਗਿਆ ਸੀਗਾ ਕਿ ਪੈਰਲਲ ਪਰੇਡ ਕਿੱਦਾਂ ਹੋਊਗੀ। ਉਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਸੋਚਦੇ ਸੀਗੇ ਕਿ ਇਹ ਦਬਾਅ ਬਣਾਉਣ ਦੀ ਰਾਜਨੀਤੀ ਆ, ਕਿਉਂਕਿ ਜਿੰਨੀ ਵਾਰ ਵੀ ਕਿਸਾਨਾਂ ਦੀ ਸਰਕਾਰੀ ਧਿਰਾਂ ਨਾਲ ਗੱਲਬਾਤ ਹੋਈ ਸੀ ਉੱਥੇ ਇਹੀ ਨਜ਼ਰ ਆਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ 21 ਨੇ। ਉਹਨਾਂ ਦੀਆਂ ਗੱਲਾਂ ਦਾ ਸਰਕਾਰੀ ਧਿਰ ਦੇ ਕੋਲ ਕੋਈ ਜਵਾਬ ਨਹੀਂ ਹੈ। ਅਸੀਂ ਹੁਣ ਇਸ ਗੱਲ ਤੋਂ ਰੂਟ ਡਾਈਵਰਟ ਹੋ ਗਿਆ, ਜਿੱਦਾਂ ਕਿਸਾਨੀ ਰੂਟ ਡਾਈਵਰਟ ਹੋਇਆ ਨਾ ਪਰੇਡ ਦਾ, ਇਦਾਂ ਹੀ ਅੰਦੋਲਨ ਦਾ ਰੂਟ ਵੀ ਡਾਈਵਰਟ ਹੋ ਗਿਆ। ਹੁਣ ਸਾਰੇ ਉਸ ਹਿੰਸਾ ਦੀ ਗੱਲ ਕਰਦੇ ਆ, ਹੁਣ ਸਾਰੇ ਹੀ ਉੱਥੇ ਜੋ ਖੱਪ ਪਈ ਉਹਦੀ ਗੱਲ ਕਰਦੇ ਆ, ਹੁਣ ਸਾਰੇ ਉਸ ਪਰੇਡ ਦੀ ਡੀ-ਟਰੈਕ ਹੋਣ ਦੀ ਗੱਲ ਕਰਦੇ ਆ। ਇਹ ਨਹੀਂ ਸੋਚਦੇ। ਇਹ ਆਪਾਂ ਗੱਲ ਫਿਰ ਕਿਤੇ ਪਿੱਛੇ ਰਹਿ ਗਈ ਕਿ ਅਸੀਂ ਪਿਛਲੇ 5 ਮਹੀਨਿਆਂ ਤੋਂ ਇਸ ਅੰਦੋਲਨ ਨੂੰ ਲੈ ਕੇ ਕਿਉਂ ਬੈਠੇ। ਸਰਕਾਰ ਨੇ ਇਸ ਗੱਲ ਨੂੰ ਬਹੁਤ ਪਹਿਲਾਂ ਮੰਨ ਲਿਆ ਸੀਗਾ ਕਿ ਇਹ ਅੰਦੋਲਨ ਦੇ ਵਿੱਚ ਇਸ ਜਿਹੜੇ ਕਾਨੂੰਨ ਆ ਇਹਨਾਂ ਦੇ ਵਿੱਚ ਖਾਮੀਆਂ ਨੇ। ਤੇ ਫਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਨਾ ਕਿ ਇਹ ਪਰੇਡ ਹੋਈ ਹੀ ਕਿਉਂ। ਇਸ ਗੱਲ ਨੂੰ ਪਹਿਲਾਂ ਹੀ ਮੰਨ ਲੈਣਾ ਚਾਹੀਦਾ ਸੀਗਾ ਕਿ ਜੇ ਅਸੀਂ 1.5 ਸਾਲ ਉਸ ਕਾਨੂੰਨ ਨੂੰ ਹੋਲਡ ਕਰਨ ਤੇ ਆ ਗਏ ਹਾਂ ਤੇ ਫਿਰ ਅਸੀਂ ਇਸ ਪਰੇਡ ਨੂੰ 26 ਜਨਵਰੀ ਨੂੰ ਹੋਣ ਕਿਉਂ ਦਿੱਤਾ ਗਿਆ। 11 ਮੀਟਿੰਗਸ ਹੋ ਗਈਆਂ। ਤੁਸੀਂ ਸੋਚੋ, ਇੱਕ ਗੱਲ ਨੂੰ ਲੈ ਕੇ, ਇੱਕ ਕਾਨੂੰਨ ਨੂੰ ਲੈ ਕੇ ਤੁਸੀਂ 11 ਵਾਰ ਇੱਕ ਧਿਰ ਨੂੰ ਮਿਲਦੇ ਆ, ਉੱਥੇ ਜਾ ਕੇ 6-6 ਘੰਟੇ ਬੈਠੇ ਰਹਿੰਦੇ ਆ। ਗੱਲ ਹੁੰਦੀ ਆ 20 ਮਿੰਟ, ਗੱਲ ਹੁੰਦੀ ਆ 10 ਮਿੰਟ ਤੇ ਗੱਲ ਦੇ ਵਿੱਚ ਮਿਨਿਸਟਰ ਸਾਹਿਬ ਕਹਿੰਦੇ ਕੀ ਆ, ਆਪ ਇੱਕ ਬਿੰਦੂ पे ਆਈਏ। ਤੇ ਉਹ ਫਿਰ ਅਸੀਂ ਉਹੀ ਗੱਲ ਵਾਰ-ਵਾਰ ਕਰਨ ਵਾਲੀ ਗੱਲ ਆ ਕਿ ਉਹ 20 ਵਾਰੀ ਇਸ ਬਿੰਦੂ ਤੇ ਆ ਗਿਆ, 50 ਵਾਰੀ ਇਸ ਬਿੰਦੂ ਤੇ ਆ ਗਿਆ, 1000 ਵਾਰੀ ਉਹ ਕਾਨੂੰਨ ਪੜ੍ਹ ਕੇ ਪੁਆਇੰਟ ਟੂ ਪੁਆਇੰਟ ਸਮਝਾਤੇ। ਫਿਰ ਚੌਧਰੀ ਸਾਹਿਬ, ਸਰਕਾਰ ਜੀ, ਮਾਨਯੋਗ ਮੰਤਰੀ ਸਾਹਿਬ, ਸਾਨੂੰ ਇਹ ਕਾਨੂੰਨ ਮਾਫਕ ਨਹੀਂ ਜੀ। ਹੁਣ ਤੁਸੀਂ ਗੱਲ ਕੀਤੀ ਸੀ ਉੱਥੇ ਜੋ ਦੇਖਿਆ, ਉੱਥੇ ਅਸੀਂ ਬਹੁਤ ਹੀ ਸ਼ਾਂਤਮਈ ਲੋਕਾਂ ਦਾ ਇੱਕ ਇਕੱਠ ਦੇਖਿਆ। ਅਸੀਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਤੋਂ ਵੱਡੇ ਇਕੱਠ ਦੁਨੀਆ 'ਚ ਹੁੰਦੇ ਹੋਣਗੇ। ਮੈਂ ਆਪਣੀ ਅੱਖੀਂ ਦੇਖਿਆ ਸੀ, ਉਹ ਕੁੰਭ ਸੀ। ਪਰ ਇਹ ਉਸ ਤੋਂ ਗਿਣਤੀ ਦੀ ਆਪਾਂ ਗੱਲ ਛੱਡ ਦਈਏ ਤੇ ਲੰਬਾਈ ਦੇ ਚੌੜਾਈ ਦੇ ਵਿੱਚ ਇਹ ਵੱਡਾ ਇਕੱਠ ਸੀ। ਜੇ ਸਿੰਘੂ ਬਾਰਡਰ ਦੀ ਗੱਲ ਕਰੀਏ, ਕੋਈ ਇੱਧਰ ਨੂੰ ਲਾਈਨ ਆ, ਕੋਈ ਇੱਧਰ ਨੂੰ ਗਲੀ ਆ, ਕੋਈ ਇੱਧਰ ਸੜਕ ਆ, ਕੋਈ ਇੱਧਰ ਸੜਕ ਆ, ਤੇ ਮੇਰਾ ਖਿਆਲ ਆ ਕਿ ਜੇ ਸਾਰੀਆਂ ਸੜਕਾਂ ਤੇ ਬੰਦਿਆਂ ਦੀ ਤੇ ਟਰਾਲੀਆਂ ਟਰੈਕਟਰਾਂ ਦੀ ਆਪਾਂ ਦੇਖੀਏ ਤੇ 40-50 ਕਿਲੋਮੀਟਰ ਦਾ ਉਹ ਸਫ਼ਰ ਬਣ ਜਾਣਾ ਸਿੰਘੂ ਤੇ। ਸਬ ਲਾਈਨਸ ਬਹੁਤ ਨੇ, ਇੱਕ ਤਾਂ ਮੇਨ ਨੈਸ਼ਨਲ ਹਾਈਵੇ ਆ, ਉਹਦੇ ਨਾਲ ਹੋਰ ਸੜਕਾਂ ਤੇ ਟਰਾਲੀਆਂ ਟਰੈਕਟਰ। ਤੇ ਜਿੰਨੀ ਵਾਰ ਵੀ ਅਸੀਂ ਉੱਥੇ ਜਾ ਕੇ ਦੇਖੇ ਆ, ਮੋਢੇ 'ਚ ਮੋਢਾ ਜ਼ਰੂਰ ਵੱਜਦਾ ਆ ਪਰ ਕਿਸੇ ਦੀ ਅਣਖ 'ਚ ਅਣਖ ਨਹੀਂ ਵੱਜਦੀ। ਹਰ ਕੋਈ ਭਾਈ ਸਾਹਿਬ, ਬੀਬੀ ਜੀ ਇੱਧਰ ਨੂੰ ਕਹਿ ਕੇ ਲੰਘ ਜਾਂਦੇ ਨੇ। ਜੇ ਕਿਤੇ ਗੱਡੀ 'ਚ ਵੀ ਗੱਡੀ ਵੱਜਦੀ ਸੀ ਤੇ ਉਹ ਸਾਰਾ ਕੁਝ ਉਹਨੂੰ ਮੈਨੇਜ ਕਰ ਲੈਂਦੇ ਸੀ। ਕੋਈ ਮੇਰੇ ਵਰਗੇ ਖੜੇ ਹੋ ਜਾਂਦੇ ਸੀ ਕਿ ਭਾਜੀ ਤੁਸੀਂ ਇੱਧਰ ਨੂੰ ਕਰ ਲਓ, ਥੋੜ੍ਹਾ ਜਿਹਾ ਉੱਧਰ ਨੂੰ ਲਗਾ ਲਓ। ਮੋਟਰਸਾਈਕਲ ਹੁੰਦਾ ਸੀ, ਕੋਈ ਵੀ ਹੁੰਦਾ ਸੀ, ਉਹਨੂੰ ਲਗਾ ਦਿੱਤਾ ਜਾਂਦਾ ਸੀ। ਮਤਲਬ ਕੰਟਰੋਲਡ ਸੀ ਸਾਰਾ ਕੁਝ, ਹੈ ਨਾ। ਤੁਸੀਂ ਇੱਦਾਂ ਕਹਿ ਸਕਦੇ ਆ ਕਿ ਇੱਕ ਸਹਿਜ ਭਾਵ ਬਣ ਗਿਆ ਸੀ ਕਿ ਅਸੀਂ ਇੱਥੇ ਸਾਂਝੇ ਉਦੇਸ਼ ਦੀ ਪੂਰਤੀ ਲਈ ਆਏ ਆ, ਆਪਸ 'ਚ ਲੜਨ ਲਈ ਨਹੀਂ ਆਏ। ਬਿਲਕੁਲ ਠੀਕ। ਪਰ ਜੋ ਕੱਲ ਉਹ ਸਾਰਾ ਕੁਝ ਦੇਖਿਆ, ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਉੱਥੇ ਗਰਾਊਂਡ ਦੇ ਉੱਤੇ ਕੀ ਹੋਇਆ, ਮੈਂ ਇੰਨਾ ਐਕਸਪਰਟ ਨਹੀਂ ਕਿ ਅਸੀਂ ਉਹ ਸਾਰੇ ਦਾ ਰਿਜ਼ਲਟ ਕੱਢ ਕੇ ਹੁਣੇ ਰੱਖ ਦਈਏ ਕਿ ਸਰਕਾਰ ਹੀ ਦੋਸ਼ੀ ਆ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਜੇ ਅਸੀਂ ਸਾਡੀਆਂ ਸੰਗਠਨਾਂ ਨੇ, ਜਿਹੜੀਆਂ ਕਿਸਾਨ ਯੂਨੀਅਨਸ ਨੇ, ਉਹਨਾਂ ਨੇ ਜੇ ਇਸ ਪ੍ਰੋਗਰਾਮ ਨੂੰ ਲਿਖਿਆ ਸੀ ਤੇ ਉਹਨਾਂ ਦੇ ਕੋਲ ਉਹਦਾ ਪੂਰਾ ਖਾਕਾ ਸੀ, ਪਲਾਨ ਸੀ। ਉਹਨਾਂ ਨੇ ਵਲੰਟੀਅਰਸ ਨਿਯੁਕਤ ਕੀਤੇ ਸੀ ਕਿ ਕਿੱਧਰ ਨੂੰ ਜਾਣਾ ਆ, ਕਿੱਧਰ ਨੂੰ ਨਹੀਂ ਜਾਣਾ ਆ। ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ, ਸਾਰੀਆਂ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਸਾਧਨ ਨੇ ਉਹਨਾਂ ਦੇ ਉੱਤੇ ਰੂਟ ਆ ਰਿਹਾ ਸੀ ਵੀ ਕਿੱਥੋਂ ਜਾਣਾ ਤੇ ਕਿੱਥੇ ਨੂੰ ਜਾਣਾ। ਫਿਰ ਗੱਲ ਇਹ ਵੀ ਮੰਨੀ ਗਈ ਸੀ ਕਿ ਜਿਹੜਾ ਸਾਡੀ ਪਰੇਡ ਆ ਉਹਦੀ ਜਿਹੜੀ ਸ਼ੁਰੂਆਤ ਹੋਣੀ ਆ, ਪੈਰਲਲ ਪਰੇਡ ਦੀ ਜਿਹੜੀ ਸ਼ੁਰੂਆਤ, ਜਿਹੜੀ ਕਿਸਾਨਾਂ ਦੀ ਪਰੇਡ ਦੀ ਸ਼ੁਰੂਆਤ ਹੋਣੀ ਆ,
ਉਹ ਉਹਨਾਂ ਦੇ ਸਰਕਾਰੀ ਸਮਾਗਮ ਦੇ ਮੁੱਕਣ ਤੋਂ ਬਾਅਦ ਹੋਣੀ। ਪਰ ਜਿੱਦਾਂ ਗਰੇਵਾਲ ਸਾਹਿਬ ਨੇ ਦੱਸਿਆ ਕਿ 2 ਯੂਨੀਅਨਾਂ ਜਿਹੜੀਆਂ ਸੀਗੀਆਂ, 2 ਜਿਹੜੇ ਵੱਡੇ ਲੀਡਰ ਸੀ ਪੰਧੇਰ ਸਾਹਿਬ ਤੇ ਪੰਨੂ ਸਾਹਿਬ, ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਮੰਨਿਆ। ਇਹਨਾਂ 'ਚ ਪਹਿਲਾਂ ਵੀ ਵਖਰੇਵੇਂ ਰਹੇ ਆ ਜੇ ਮੈਂ ਗਲਤ ਨਹੀਂ ਤੇ ਇਹ ਉਹੀ ਯੂਨੀਅਨ ਨੇ ਜਿਹੜੀ ਹਾਲੇ ਵੀ ਜੰਡਿਆਲਾ ਰੇਲਵੇ ਸਟੇਸ਼ਨ ਦੇ ਉੱਤੇ ਬੈਠੇ ਹੋਏ ਨੇ। ਰੇਲਵੇ ਟਰੈਕ ਨੂੰ ਜਦੋਂ ਅਸੀਂ ਖਾਲੀ ਕਰਾਉਣ ਦੀ ਗੱਲ ਹੋਈ ਸੀ ਤੇ ਇਸ ਯੂਨੀਅਨ ਨੇ ਹੀ ਸਭ ਤੋਂ ਲੰਬੀ ਦੇਰ ਤੱਕ ਰੇੜਕਾ ਪਾਈ ਰੱਖਿਆ ਸੀ। ਇਹਨਾਂ ਦੀ ਸਟੇਜ ਪਹਿਲਾਂ ਹੀ ਦਿੱਲੀ ਵਾਲੇ ਪਾਸੇ ਨੂੰ ਲੱਗੀ ਹੋਈ ਆ ਤੇ ਜਿਹੜੇ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਸਟੇਜ ਨੂੰ ਕੈਪਚਰ ਕਰਨ ਦੀ ਗੱਲ ਕੀਤੀ ਆ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦਰਸਾਉਂਦੀਆਂ ਆ ਕਿ ਇਹ ਜਿਹੜੀ ਗਲਤੀ ਆ ਉਹ ਉਹਨਾਂ ਕਿਸਾਨ ਸੰਗਠਨਾਂ ਦੀ ਨਹੀਂ ਹੈਗੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੋਕ ਨੇ। ਇਹਦੇ ਵਿੱਚ ਕੁਝ ਹੋਰ ਤਾਕਤਾਂ ਸ਼ਾਮਲ ਸੀ ਜਿਨ੍ਹਾਂ ਨੇ ਇਸ ਚੀਜ਼ ਨੂੰ ਇਸ ਪਾਸੇ ਨੂੰ ਜਾਣ ਦਿੱਤਾ ਗਿਆ ਤੇ ਉਹਦੇ ਵਿੱਚ ਸਰਕਾਰ ਦੀ ਸ਼ਮੂਲੀਅਤ ਕਿੰਨੇ ਪਰਸੈਂਟ ਆ, 50% ਆ, 10% ਆ, 70% ਆ, ਇਸ ਚੀਜ਼ ਦਾ ਨਤਾਰਾ ਜਿਹੜਾ ਉਹ ਸਮੇਂ ਨੇ ਕਰ ਦੇਣਾ ਹੈ। ਹਾਂ, ਇਹ ਗੱਲ ਜ਼ਰੂਰ ਆ ਕਿ ਉਹਦੇ ਨਾਲ ਅੰਦੋਲਨ ਨੂੰ ਜਿਹੜੀ ਆ ਠੇਸ ਜ਼ਰੂਰ ਵੱਜੀ ਆ, ਡੈਂਟ ਜ਼ਰੂਰ ਉਹਦੇ 'ਚ ਪਿਆ ਆ। ਉਹਦੀ ਭਰਪਾਈ ਹੋਵੇਗੀ ਕਿ ਨਹੀਂ ਹੋਵੇਗੀ ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਇੱਕ ਨਿਸ਼ਾਨ ਜ਼ਰੂਰ ਰਹੇਗਾ ਸਮੇਂ ਦੇ ਵਿੱਚ। ਜਿੱਦਾਂ ਜਿੱਦਾਂ ਇਸ ਅੰਦੋਲਨ ਦੀ ਗੱਲ ਹੋਵੇਗੀ ਕਿ 3 ਮਹੀਨੇ ਪੰਜਾਬ 'ਚ ਸੀ, 2 ਮਹੀਨੇ ਬੈਠਿਆਂ ਨੂੰ ਉੱਥੇ ਹੋ ਗਿਆ, ਅਸੀਂ ਦਿਨ ਗਿਣਦੇ ਹਾਂ, ਪਹਿਲਾਂ ਕਹਿੰਦੇ ਸੀ 2 ਦਿਨ ਹੋ ਗਏ, 4 ਦਿਨ ਹੋ ਗਏ, ਫਿਰ ਹਫ਼ਤਿਆਂ ਤੇ ਗੱਲ ਆ ਗਈ, ਫਿਰ ਮਹੀਨਿਆਂ ਤੇ ਆ ਗਈ, ਫਿਰ ਦਿੱਲੀ ਜਾਣ ਦੀ ਗੱਲ ਹੋਣ ਲੱਗ ਗਈ, ਸ਼ੰਭੂ ਦੀ ਗੱਲ ਹੋਈ, ਉਸ ਤੋਂ ਬਾਅਦ ਸਿੰਘੂ ਆ ਗਿਆ, ਫਿਰ ਕੁੰਡਲੀ ਆ ਗਿਆ, ਕਰਦਿਆਂ ਟਿੱਕਰੀ ਹੋ ਗਿਆ, ਸ਼ਾਹਜਹਾਨਪੁਰ ਹੋ ਗਿਆ, ਪਰਲਵਲ ਹੋ ਗਿਆ, 1-2 ਹੋਰ ਵੀ ਸ਼ਹਿਰ ਨੇ, ਗਾਜ਼ੀਪੁਰ ਹੋ ਗਿਆ। ਸਾਰੀ ਦਿੱਲੀ ਤੋਂ ਆਉਣ ਵਾਲੇ ਵੱਡੇ ਰਸਤੇ ਸੀ ਬੰਦ ਕੀਤੇ ਗਏ ਤੇ ਕਿਸਾਨਾਂ ਵੱਲੋਂ ਹਿੰਸਾ ਦੀ ਜਿਹੜੀ ਗੱਲ ਆ ਉਹ ਸਾਡੇ ਸਮਝ ਤੋਂ ਬਾਹਰ ਆ। ਇੱਕ ਤੇ ਹੋਰ ਗੱਲ ਕਿ ਹਿੰਸਾ ਉੱਥੇ ਬਿਲਕੁਲ ਹੋਈ ਆ ਪਰ ਉਹਨੂੰ ਤੁਸੀਂ ਦੰਗੇ ਨਹੀਂ ਕਹਿ ਸਕਦੇ। ਤੇ ਇੱਕ ਗੱਲ ਹੋਰ ਆ ਜਿਹੜੀ ਤੁਸੀਂ ਗੱਲ ਦੱਸੀ ਕਿ ਜੋ ਅਸੀਂ ਉੱਥੇ ਦੇਖਿਆ ਉਹਦੇ ਤੋਂ ਕਿਤੇ ਵੀ ਨਹੀਂ ਲੱਗਦਾ ਸੀਗਾ ਕਿ ਇੱਥੇ ਕੁਝ ਇਹੋ ਜਿਹਾ ਵਾਪਰੇਗਾ ਜਿਹੜਾ ਕੱਲ ਨੂੰ ਸਾਡੇ ਮੱਥੇ ਤੇ ਇੱਕ ਨਿਸ਼ਾਨ ਬਣ ਕੇ ਰਹਿ ਜਾਵੇਗਾ। ਕਿਉਂਕਿ ਇਹ ਜਿਹੜੀ ਲੜਾਈ ਸੀ ਮੈਨੂੰ ਲੱਗਦਾ ਕਿ ਇਸੇ ਧਰਮ ਨੂੰ ਲੈ ਕੇ ਨਹੀਂ ਸੀ, ਕੁਝ ਹੱਕਾਂ ਨੂੰ ਲੈ ਕੇ ਸੀ, ਕੁਝ ਕਾਲੇ ਕਾਨੂੰਨਾਂ ਨੂੰ ਲੈ ਕੇ ਹਜੇ ਵੀ ਚੱਲ ਰਹੀ ਹੈ। ਤੇ ਬਿਲਗਾ ਜੀ ਗੱਲ ਕਰੀਏ ਇਹ ਜੋ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਦਿੱਲੀ ਕਮਿਸ਼ਨਰ ਦਾ ਬਿਆਨ ਆਉਣਾ, ਪ੍ਰੈਸ ਬਰੀਫਿੰਗ ਕਰਨੀ ਤੇ ਉਹਦੇ ਵਿੱਚ ਜਿਹੜੇ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ ਉਹਦੇ ਬਾਰੇ ਦੱਸ ਦਿਓ। ਇਸ ਤਰ੍ਹਾਂ ਜੀ ਵੀ ਦਿੱਲੀ ਪੁਲਿਸ ਦੇ ਆਪਾਂ ਰੋਲ ਨੂੰ ਜੇ ਪਹਿਲਾਂ ਤੋਂ ਬਾਚੀਏ, ਜਦੋਂ ਸ਼ਹੀਨ ਦਾ ਮੁੱਦਾ ਹੋਇਆ, ਪਹਿਲੇ ਰਾਈਟਸ ਹੋਏ ਆ ਜਾਂ ਇਸ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਮੀਟਿੰਗਾਂ ਸਰਕਾਰ ਨਾਲ 5 ਦੌਰ ਦੀਆਂ ਚੱਲੀਆਂ, ਦਿੱਲੀ ਪੁਲਿਸ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਐਡਾ ਕੋਈ ਵੱਡਾ ਫੈਸਲਾ ਲੈਣ ਦੀ ਤਾਕਤ ਸਾਨੂੰ ਨਜ਼ਰ ਨਹੀਂ ਆਈ ਕਈ ਦਿਨਾਂ ਤੋਂ। ਕਿਉਂਕਿ ਅਸੀਂ ਉੱਥੇ ਜਦੋਂ ਨਾਕਾ ਤੋੜਿਆ ਗਿਆ, ਜੋ ਅਸੀਂ ਉੱਥੇ ਦੇਖਿਆ ਤਾਂ ਉਸ ਤੋਂ ਬਾਅਦ ਜਿਹੜਾ ਡਿਵਰਟ ਕੀਤਾ ਗਿਆ, ਜਿਹੜੇ ਜਥੇਬੰਦੀਆਂ ਨਹੀਂ ਸੀ ਚਾਹੁੰਦੀਆਂ ਅਸੀਂ ਸਿੱਧੇ ਜਾਣਾ ਆ, ਉਹ ਪੁਲਿਸ ਦੀਆਂ ਉੱਥੇ ਮਿੰਨਤਾਂ ਕਰਦੇ ਰਹੇ ਵੀ ਤੁਸੀਂ ਸਾਨੂੰ ਸਾਈਡ ਤੋਂ ਦੀ ਕੋਈ ਰਸਤਾ ਦੇ ਦਿਓ, ਅਸੀਂ ਇੱਧਰ ਨਹੀਂ ਜਾਣਾ, ਅਸੀਂ ਸਰਕਾਰ ਵਾਲੇ ਰੂਟ ਜਿਹੜਾ ਤੈਅ ਸਾਡਾ ਅਸੀਂ ਉੱਧਰ ਹੀ ਜਾਣਾ। ਪੁਲਿਸ ਨੇ ਉੱਥੋਂ ਦੀ ਵਾਕਿਆ ਕੋਈ ਨਹੀਂ ਸੁਣੀ। ਆਪਾਂ ਇਹ ਗੱਲ ਦੇਖਦੇ ਹਾਂ ਕਿ ਕੋਵਿਡ ਦੇ ਵਿੱਚ ਜਦੋਂ ਲੋਕਡਾਊਨ ਹੋਇਆ, ਪੁਲਿਸ ਨੇ ਲੋਕਾਂ ਨੂੰ ਘਰੋਂ ਬਾਹਰ ਪੈਰ ਨਹੀਂ ਰੱਖਣ ਦਿੱਤਾ। 3 ਮਹੀਨੇ 2.5 ਮਹੀਨੇ ਇੰਨੀ ਸਖਤੀ ਵਰਤੀ ਗਈ ਆ ਵੀ ਲੋਕੀ ਆਪਣੇ ਘਰ ਤੋਂ ਦਰਵਾਜ਼ਾ ਟੱਪਣ ਲੱਗੇ ਦੇਖਦੇ ਹੁੰਦੇ ਸੀ ਵੀ ਬਾਹਰ ਕਿਤੇ ਪੁਲਿਸ ਤੇ ਨਹੀਂ ਖੜੀ, ਮਤਲਬ ਇੰਨਾ ਡਰ ਪਿਆ ਸੀ। ਪੁਲਿਸ ਦਾ ਜੇ ਆਪਾਂ ਰੋਲ ਦੇਖਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਉਹ ਸ਼ਾਦੀ ਭਰਦੇ ਆ ਵੀ ਜੇ ਪੁਲਿਸ ਕਿਸਾਨਾਂ ਨੂੰ ਉਧਰਲੀ ਨਾ ਦੇਣਾ ਜਾਣਾ ਚਾਹੁੰਦੀ ਹੁੰਦੀ ਨਾ ਤੇ ਕਿਸੇ ਦੀ ਕੋਈ ਹਿੰਮਤ ਨਹੀਂ ਸੀ ਵੀ ਨਿਕਲ ਜਾਂਦਾ ਉਧਰ ਨੂੰ ਜਾਂ ਨਾਕੇ ਤੋੜ ਜਾਂਦਾ। ਜਿਹਦੇ ਇਹ ਜਿੰਨਾ ਪ੍ਰਬੰਧ ਇੱਥੇ ਸੀ ਇਦੋਂ ਜ਼ਿਆਦਾ ਤਾਂ ਸਿੰਘੂ ਬਾਰਡਰ ਤੇ ਸੀਗਾ, ਜਿੰਨਾ ਕੁ ਉੱਥੇ ਛੋਟਾ ਜਿਹਾ 3 ਗੇਟ ਦੇ ਨਾਕੇ ਸੀਗੇ ਜ਼ਿਆਦੇ। ਤੇ ਉਹ ਤਾਂ ਅੱਛਾ, ਹੋਰ ਸਭ ਨੂੰ ਵੱਡੀ ਗੱਲ ਜਿਹੜੀ ਹੈਗੀ ਆ ਵੀ ਜਿਹੜੀਆਂ ਉੱਥੇ ਕਰੇਨਾਂ ਖੜੀਆਂ ਕੀਤੀਆਂ ਗਈਆਂ, ਉਹਨਾਂ ਕਰੇਨਾਂ ਦੇ ਉੱਤੇ ਕੋਈ ਡਰਾਈਵਰ ਨਹੀਂ, ਚਾਬੀਆਂ ਉਹਨਾਂ ਦੀਆਂ ਵਿੱਚ ਆ। ਉਹੀ ਕਰੇਨਾਂ ਜਿਹੜੀਆਂ ਆ ਉਹ ਨੌਜਵਾਨ ਜਿਹੜੇ ਸੰਘਰਸ਼ੀ ਸੀਗੇ ਉਹੀ ਕਰੇਨਾਂ ਨੂੰ ਸੈਲਫ ਮਾਰਦੇ ਆ, ਉਹਨਾਂ ਕਰੇਨਾਂ ਦੇ ਨਾਲ ਹੀ ਉਹ ਪੱਥਰ ਹਟਾਉਂਦੇ ਆ। ਜਿਹੜੇ ਟਿੱਪਰ ਲਾਏ ਹੋਈ ਟਿੱਪਰਾਂ ਵਾਲੇ ਦੇ ਵਿੱਚ ਵੀ ਚਾਬੀਆਂ ਲੱਗੀਆਂ ਹੋਈਆਂ, ਉਹੀ ਟਿੱਪਰ ਸਟਾਰਟ ਕਰਕੇ ਉਹਨਾਂ ਨੇ ਸਾਈਡ ਤੇ ਕਰ ਦਿੱਤੇ ਆ। ਇਹ ਚੀਜ਼ਾਂ ਕੁਛ ਦਰਸਾਉਂਦੀਆਂ ਆ ਵੀ ਪੁਲਿਸ ਨੇ ਜਿਹੜਾ ਲਾਲ ਕਿਲੇ ਵੱਲ ਨੂੰ ਇਹਨਾਂ ਸੰਘਰਸ਼ੀਆਂ ਦਾ ਮੂੰਹ ਹੋਇਆ ਆ, ਕਿਤੇ ਨਾ ਕਿਤੇ ਵੇ ਆਊਟ ਰਾਸਤਾ ਜਿਹੜਾ ਆ ਉਹ, ਕਿਉਂਕਿ ਬਹੁਤ ਨੌਜਵਾਨ ਤਾਂ ਜਾਣਦੇ ਨਹੀਂ ਦਿੱਲੀ ਦੇ ਵਿੱਚ ਵੀ ਲਾਲ ਕਿਲਾ ਹੈ ਕਿੱਧਰ ਆ। ਅਸੀਂ ਭਾਵੇਂ ਹਜ਼ਾਰਾਂ ਵਾਰ ਦਿੱਲੀ ਗਏ ਹੋਈਏ, ਫਿਰ ਵੀ ਕਈ ਵਾਰੀ ਨੈਵੀਗੇਸ਼ਨ ਦਾ ਸਾਈਨ ਬੋਰਡ ਦੇਖਣੇ ਪੈਂਦੇ ਆ। ਜਿੱਦਾਂ ਲੋਕ ਅੱਗੇ ਨੂੰ ਵਧੇ ਸੀ ਰਿੰਗ ਰੋਡ ਤੇ ਜਾਣ ਨੂੰ, ਰਿੰਗ ਰੋਡ ਤੋਂ ਮੁਕਰਬਾ ਚੌਂਕ ਤੇ ਚੜ੍ਹਨ ਤੋਂ ਪਹਿਲਾਂ ਉਹ ਲਾਲ ਕਿਲੇ ਵੱਲ ਨੂੰ ਕਿੱਦਾਂ ਡਿਵਰਟ ਹੋਏ, ਡਿਵਰਟ ਕੀਤੇ ਆ, ਉਹਦੇ ਵਿੱਚ ਪੁਲਿਸ ਦਾ ਕਿੰਨਾ ਰੋਲ ਆ। ਉਹਦੇ ਵਿੱਚ ਹੁਣ ਜਿਨ੍ਹਾਂ ਦੇ ਨਾਂ ਗੱਲ ਲੱਗ ਰਹੀ ਆ ਵੀ ਨੌਜਵਾਨ ਕਿਸੇ ਨੇ ਮੋਹਰੇ ਹੋ ਕੇ ਇਹਨਾਂ ਨੂੰ ਮੋੜਿਆ ਆ, ਜਾਂ ਜਿਹੜੇ ਲਾਲ ਕਿਲੇ ਤੇ ਨੌਜਵਾਨ ਪਹਿਲਾਂ ਪਹੁੰਚ ਗਏ ਸੀ ਉਹਨੀ ਫੋਨ ਕਰਕੇ ਮੋੜਿਆ, ਇਹ ਤਾਂ ਹੁਣ ਹੈਗਾ ਜਾਂਚ ਦਾ ਵਿਸ਼ਾ। ਪਰ ਇਹ 'ਚ ਦਿੱਲੀ ਪੁਲਿਸ ਦੀ ਜਿਹੜੀ ਗੱਲ ਆ, ਉਹ ਦਿੱਲੀ ਪੁਲਿਸ ਜਦੋਂ ਲਾਲ ਕਿਲਾ ਇੱਕ ਦੇਸ਼ ਦਾ
ਉਹ ਅਸਥਾਨ ਆ ਜਿੱਥੇ ਆਪਾਂ ਉਹ ਕੋਈ ਭੁੱਲੀ ਭਟਕੀ ਕਿਸੇ ਨੂੰ ਲੋਕਾਂ ਦੀ ਦੱਸਣ ਦੀ ਲੋੜ ਨਹੀਂ ਹੈਗੀ। ਲਾਲ ਕਿਲੇ ਦੀ ਇੱਕ ਮਹੱਤਤਾ ਆ, ਉਹ ਇਤਿਹਾਸਕ ਉਹ ਥਾਂ ਆ। ਔਰ 26 ਜਨਵਰੀ ਦਾ ਦਿਨ ਹੋਵੇ ਤੇ ਪੁਲਿਸ ਪਿੱਛੇ ਕੁਰਸੀਆਂ ਤੇ ਬੈਠੀ ਹੋਵੇ, ਲੋਕ ਉੱਥੇ ਸ਼ਾਮਲ ਹੋ ਰਹੇ, ਦਾਖਲ ਹੋ ਰਹੇ ਆ। ਪੁਲਿਸ ਨੂੰ ਪੁੱਛ ਕੇ ਇਹ ਉੱਪਰ ਚੜ੍ਹੇ ਆ। ਨੌਜਵਾਨਾਂ ਨਾਲ ਸਾਡੀ ਮੁਲਾਕਾਤ ਹੋਈ ਜਿਹੜੇ ਵਾਪਸ ਉੱਥੋਂ ਆਏ ਆ, ਉਦੋਂ ਤੱਕ ਪੁਲਿਸ ਨੇ ਕਿਸੇ ਨੇ ਕੁਝ ਨਹੀਂ ਕਿਹਾ, ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਲੱਗਦਾ ਆ ਵੀ ਪੁਲਿਸ ਜਿਹੜੇ ਹੁਣ ਬਿਆਨ ਦੇ ਰਹੀ ਆ ਉਹ ਬਿਆਨ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਆ। ਤੇ ਇਸ ਕਰਕੇ ਇਹ ਬਿਆਨਾਂ ਨੂੰ ਆਪਾਂ ਬਾਹਲਾ ਠੀਕ ਹੈ, ਉਹਨਾਂ ਦੇ ਪੱਖ ਨਾਲ ਮਹੱਤਵ ਹੋ ਸਕਦੇ ਆ, ਪਰ ਮੀਡੀਆ ਨੇ ਹਰ ਗੱਲ ਨੂੰ ਸਾਰੇ ਪੱਖ ਦੇਖਣੇ ਆ ਵੀ ਉੱਥੇ ਨੌਜਵਾਨ ਸ਼ਾਮਲ ਕਿੱਦਾਂ ਹੋਏ ਆ ਜੀ। ਤੇ FIR ਦਰਜ ਹੋ ਚੁੱਕੀ ਹੈ, ਉਸ ਤੋਂ ਬਾਅਦ ED ਨੇ ਤਿਆਰੀ ਕੱਸ ਲਈ ਹੈ, ਲੁੱਕ ਆਊਟ ਨੋਟਿਸ ਵੀ ਜਾਰੀ ਹੋ ਗਏ ਨੇ। ਇਹਨਾਂ ਮੁੱਦਿਆਂ ਤੇ ਆਪਾਂ ਤੁਹਾਡੇ ਕੋਲੋਂ ਤੁਹਾਡੇ ਵਿਚਾਰ ਜਾਣਾਂਗੇ, ਪਰ ਇਸ ਵੇਲੇ ਵਿਚਾਰ ਚਰਚਾ ਪ੍ਰੋਗਰਾਮ 'ਚ ਲੈਣੇ ਆ ਇੱਕ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਤੁਹਾਡੇ ਵੱਲ ਹੀ ਆਉਂਦੇ ਆ, ਕਿਉਂਕਿ ਬਿਲਗਾ ਜੀ ਕੋਲੋਂ ਅਸੀਂ ਬੜੀ ਜਾਣਕਾਰੀ ਲੈ ਲਈ। ਤੇ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ FIR ਦਰਜ ਹੋ ਚੁੱਕੀ ਹੈ, ਉਸ ਤੋਂ ਬਾਅਦ ਲੁੱਕ ਆਊਟ ਨੋਟਿਸ ਜਾਰੀ ਕਰਨਾ, ਉਧਰ ED ਵਿਭਾਗ ਵੀ ਤਿਆਰੀ ਕੱਸ ਰਿਹਾ, ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ। ਜੀ, ਪੁਲਿਸ ਤੁਹਾਨੂੰ ਪਤਾ ਹੀ ਆ ਕਿ ਅਸੀਂ ਪੰਜਾਬ ਪੁਲਿਸ ਦੇ ਵਿੱਚ ਦੇਖੀਏ ਜਾਂ ਦੂਜੀ ਪੁਲਿਸ ਦੀ ਗੱਲ ਕਰੀਏ ਤੇ ਪੁਲਿਸ ਅਕਸਰ ਉਸ ਤਰੀਕੇ ਦੇ ਉੱਤੇ ਕੰਮ ਕਰਦੀ ਹੈ ਵੀ ਜਦੋਂ ਸੱਪ ਨਿਕਲ ਜਾਂਦਾ ਫਿਰ ਉਹ ਲੀਕ ਨੂੰ ਪਿੱਟਦੇ ਨੇ ਜੀ। ਤੇ ਉਹਨਾਂ ਦਾ ਜਿਹੜਾ ਬਿਆਨ ਆ ਕਿ ਕਿਸੇ ਵੀ ਦੰਗਾਕਾਰੀ ਨੂੰ ਬਖਸ਼ਿਆ ਨਹੀਂ ਜਾਊਗਾ, ਅਸੀਂ ਸਾਰਿਆਂ ਨੂੰ ਕਰਾਂਗੇ। ਕੁਝ ਇਹੋ ਜਿਹਾ ਬਿਆਨ ਸੀ ਸ਼੍ਰੀਵਾਸਤਵ ਦਾ, ਜਿਹੜੇ ਉਹਨਾਂ ਦੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਜੀ। ਪਰ ਜਿੱਦਾਂ ਬਿਲਗਾ ਜੀ ਨੇ ਦੱਸਿਆ ਕਿ ਪੁਲਿਸ ਦੀ ਕਾਰਵਾਈ ਪਹਿਲਾਂ ਤੋਂ ਹੀ ਸ਼ੱਕੀ ਆ ਕਿ ਉਹ ਜੋ ਕੁਝ ਉੱਥੇ ਹੋਇਆ ਉਹ ਆਪਣੇ ਆਪ ਨਹੀਂ ਹੋਇਆ, ਉਹ ਹੋਣ ਦਿੱਤਾ ਗਿਆ। ਰਵਿੰਦਰ ਜੀ, ਅਸੀਂ ਇੱਕ ਲਾਈਨ ਬਹੁਤ ਵਾਰ ਪੜ੍ਹਦੇ ਰਹਿੰਦੇ ਹਾਂ ਕਿ ਦੰਗੇ ਜਿਹੜੇ ਆ ਉਹ ਹੁੰਦੇ ਨਹੀਂ ਹੈਗੇ, ਕਰਵਾਏ ਜਾਂਦੇ ਨੇ। ਅਸੀਂ ਇਹਨੂੰ ਦੰਗਾ ਨਾ ਵੀ ਕਹੀਏ, ਦੰਗਾ ਨਹੀਂ ਹੋਇਆ ਇੱਥੇ, ਕੁਝ ਕਿਸੇ ਦੀ ਮੌਤ ਨਹੀਂ ਹੋਈ, ਕਿਸੇ ਦੇ ਸੱਟ ਨਹੀਂ ਲੱਗੀ, ਬਹੁਤ ਹੀ ਠੀਕ ਠਾਕ ਹੋ ਗਿਆ ਸਾਰਾ ਕੁਝ। ਹਾਲਾਂਕਿ ਅੰਦੋਲਨ ਨੂੰ ਸੱਟ ਜ਼ਰੂਰ ਲੱਗੀ ਆ, ਕੁਝ ਪੁਲਿਸ ਕਰਮੀ ਵੀ ਉਹਦੇ 'ਚ ਜ਼ਖਮੀ ਜ਼ਰੂਰ ਹੋਏ ਨੇ, ਪਰ ਉਹਨੂੰ ਫਿਰ ਵੀ ਦੰਗੇ ਦਾ ਨਾਮ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜੀ ਪੁਲਿਸ ਦੀ ਕਾਰਵਾਈ ਆ, ਪੁਲਿਸ ਨੇ ਕਿਹਾ ਕਿ ਅਸੀਂ ਬਹੁਤ ਸਖਤ ਕਾਰਵਾਈ ਕਰਾਂਗੇ। ਇਹਨਾਂ ਨੂੰ ਪੁੱਛਿਆ ਜਾਵੇ ਕਿ ਇਸ ਤੋਂ ਪਹਿਲਾਂ ਬਹੁਤ ਵਾਰ ਦਿੱਲੀ 'ਚ ਦੰਗੇ ਹੋਏ ਨੇ, ਕਿੰਨੀਆਂ ਕੁ ਹੁਣ ਤੱਕ ਕਾਰਵਾਈਆਂ ਹੋਈਆਂ? ਬਿਲਕੁਲ, ਇਹ ਵੱਡਾ ਸਵਾਲ ਹੈ ਜੀ। ਆਪਾਂ ਉਹਨਾਂ ਕਾਰਵਾਈਆਂ ਦੀ, ਉਹਨਾਂ ਦੰਗਿਆਂ ਦੇ ਜੇ ਆਪਾਂ ਗਿਣਤੀ ਕਰੀਏ ਤੇ ਪ੍ਰੋਗਰਾਮ ਛੋਟਾ ਪੈ ਜਾਊਗਾ ਜੀ। ਲਾਲ ਕਿਲਾ, ਬਿਲਗਾ ਜੀ ਨੇ ਦੱਸਿਆ ਕਿ ਬਹੁਤ ਮਹੱਤਵਪੂਰਨ ਇਮਾਰਤ ਹੈ। ਜਦੋਂ ਆਪਾਂ ਭਾਰਤ ਦੀ ਗੱਲ ਕਰੀਏ ਤੇ ਪਹਿਲਿਆਂ ਨਾਵਾਂ ਦੇ ਵਿੱਚ ਲਾਲ ਕਿਲਾ ਆਉਂਦਾ। 200 ਸਾਲ ਦਿੱਲੀ ਦਾ ਸ਼ਾਸਨ ਉੱਥੋਂ ਚੱਲਦਾ ਰਿਹਾ ਤੇ ਉਹਦੀ ਸਿਕਿਉਰਿਟੀ ਦਿੱਲੀ ਪੁਲਿਸ ਨਹੀਂ ਕਰ ਸਕੀ 26 ਜਨਵਰੀ ਵਾਲੇ ਦਿਨ। ਤੇ ਇਹ ਹੁਣ ਗੱਲਾਂ ਕਰਦੇ ਨੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਪਹਿਲਾਂ ਤਾਂ ਇਹਨਾਂ ਨੂੰ ਕੋਈ ਪੁੱਛੇ ਵੀ ਤੁਹਾਨੂੰ ਕੌਣ ਬਖਸ਼ੂਗਾ? ਜੇ ਡੈਂਟ ਅੰਦੋਲਨ 'ਚ ਪਿਆ ਤੇ ਡੈਂਟ ਦਿੱਲੀ ਪੁਲਿਸ ਦੀ ਸ਼ਾਖ 'ਚ ਵੀ ਪਿਆ ਕਿ ਕਿਉਂ 26 ਜਨਵਰੀ ਵਾਲੇ ਦਿਨ ਵੀ ਉੱਥੇ ਕੋਈ ਸਿਕਿਉਰਿਟੀ ਨਹੀਂ ਸੀ। ਇੰਨੇ ਲੋਕ ਆ ਗਏ ਸੀ ਕਿ ਦਿੱਲੀ ਪੁਲਿਸ ਉਹਨਾਂ ਬੰਦਿਆਂ ਨੂੰ ਫੜ ਹੀ ਨਹੀਂ ਸਕਦੀ ਸੀ ਜਾਂ ਰੋਕ ਹੀ ਨਹੀਂ ਸਕਦੀ ਸੀ। ਮੈਂ ਸਾਰਿਆਂ ਨੇ ਲਾਲ ਕਿਲਾ ਦੇਖਿਆ, ਬਹੁਤ ਵਾਰ ਅਸੀਂ ਦਿੱਲੀ ਵਿਜ਼ਿਟ ਕੀਤਾ। ਦਿੱਲੀ ਤੁਸੀਂ ਲਾਲ ਕਿਲੇ ਤੱਕ ਪਹੁੰਚ ਜਾਓ, ਪੁੱਛ ਕੇ ਪਹੁੰਚਣਾ ਪੈਂਦਾ। ਹੁਣ ਤੁਸੀਂ GPS ਦਾ ਸਹਾਰਾ ਲੈ ਕੇ ਪਹੁੰਚ ਜਾਓ, ਫਿਰ ਵੀ ਪੁੱਛ ਕੇ ਪਹੁੰਚਣਾ ਪੈਂਦਾ। ਪਹੁੰਚ ਜਾਓ, ਉਸ ਤੋਂ ਬਾਅਦ ਵੀ ਲਾਲ ਕਿਲੇ ਦੇ ਅੰਦਰ ਜਾਣ ਲਈ 2-3 ਟਾਇਰ ਸਿਕਿਉਰਿਟੀ ਦੇ ਹੁੰਦੇ ਨੇ। ਉਸ ਤੋਂ ਪਹਿਲਾਂ ਟਿਕਟ ਲੈਣੀ ਪੈਂਦੀ ਆ ਲਾਲ ਕਿਲੇ ਦੇ ਅੰਦਰ ਜਾਣ ਦੀ। ਤੇ ਇੱਕ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਫਸੀਲ ਨੂੰ ਪੌੜੀਆਂ ਕਿਹੜੀਆਂ ਜਾਂਦੀਆਂ ਤੇ ਬਾਹਰੋਂ ਚੜਿਆ ਨਹੀਂ ਜਾ ਸਕਦਾ। ਅਸੀਂ ਬਹੁਤ ਸਾਰੀਆਂ ਗੱਲਾਂ ਜ਼ਰੂਰ ਕਰਦੇ ਹਾਂ, ਪਰ ਦਿੱਲੀ ਪੁਲਿਸ ਨੇ ਸ਼ਾਹੀਨ ਬਾਗ ਦੇ ਉੱਤੇ ਕਿੰਨੇ ਕੁ ਲੋਕਾਂ ਦੇ ਤੱਕ ਹੁਣ ਤੱਕ ਕੀ ਕੁਛ ਕੀਤਾ? ਦਿੱਲੀ ਯੂਨੀਵਰਸਿਟੀ ਦੇ ਵਿੱਚ ਦਿੱਲੀ ਪੁਲਿਸ ਨੇ ਆਪ ਜਾ ਕੇ ਜੋ ਕੁਝ ਕੀਤਾ, ਉਹਦੀਆਂ ਹਜ਼ਾਰਾਂ ਵੀਡੀਓ ਸਾਡੇ ਕੋਲ ਨੇ। 84 ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇਹੀ ਦਿੱਲੀ ਪੁਲਿਸ ਸੀ। ਉੱਥੇ ਕੀ ਕੁਝ ਹੋਇਆ ਸੀ? ਇਸ ਤੋਂ ਬਾਅਦ ਵੀ ਤੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਉੱਥੇ ਬਹੁਤ ਕੁਝ ਹੋਇਆ ਆ। ਦਿੱਲੀ ਪੁਲਿਸ ਦਾ ਜਿਹੜਾ ਕਹਿਣਾ ਆ ਉਹ ਠੀਕ ਆ, ਇਦਾਂ ਹੋਣਾ ਚਾਹੀਦਾ ਆ, ਪਰ ਉਹ ਸਿਰਫ ਬਿਆਨ ਨਹੀਂ ਹੋਣੇ ਚਾਹੀਦੇ, ਉਹਦੇ ਤੇ ਕੰਮ ਹੋਣਾ ਚਾਹੀਦਾ। ਤੁਸੀਂ ਗੱਲ ਕਰਦੇ ਸੀ ਲੁੱਕ ਆਊਟ ਨੋਟਿਸ ਦੀ ਜਾਰੀ ਹੋਇਆ। ਕਿਸਾਨ ਆਗੂ ਨੇ ਜਿਨ੍ਹਾਂ ਦੇ ਉੱਤੇ FIRs ਦਰਜ ਹੋਈਆਂ ਤੇ ਹੁਣ ਉਹਨਾਂ ਤੇ ਲੁੱਕ ਆਊਟ ਨੋਟਿਸ ਜਾਰੀ ਹੋ ਗਿਆ। ਸ਼ਾਇਦ ਇਹਦਾ ਇਹ ਅਰਥ ਹੁੰਦਾ ਕਿ ਇਹ ਲੋਕ ਵਿਦੇਸ਼ ਨਹੀਂ ਜਾ ਸਕਦੇ ਤੇ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਪਾਸਪੋਰਟ ਲੈ ਲੈਣੇ, ਮਤਲਬ ਤੁਸੀਂ ਪਾਸਪੋਰਟ ਲੈ ਲੈਣੇ ਤੇ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਤੇ ਜੇ ਆਪਾਂ ਹੁਣ ਗੱਲ ਕਰੀਏ, ਮੈਂ ਨਹੀਂ ਕਹਿੰਦਾ ਕਿ ਇਹਨਾਂ ਦੇ ਪਾਸਪੋਰਟ ਨਾ ਲਓ ਜਾਂ ਇਹਨਾਂ ਨੂੰ ਵਿਦੇਸ਼ ਜਾਣ ਦਿਓ। ਉਹ ਤੇ ਕਿਸਾਨ ਨੇ, ਜੇ ਜਾਣਗੇ ਵੀ ਤੇ ਵਾਪਸ ਆ ਜਾਣਗੇ, ਜ਼ਮੀਨਾਂ ਇੱਥੇ ਹੀ ਨੇ। ਜਿਹੜੇ ਇਹਨਾਂ ਕੋਲੋਂ ਪਹਿਲਾਂ ਚਲੇ ਗਏ ਨੇ ਉਹਨਾਂ ਦੇ ਲੁੱਕ ਆਊਟ ਨੋਟਿਸ ਕਿੰਨੇ ਕੁ ਜਾਰੀ ਹੋਏ ਸੀ? ਇਹਨਾਂ ਨੇ ਮਾਲੀਆ ਤੇ ਤੁਸੀਂ ਮੋਦੀ ਦੀ ਗੱਲ ਕਰ ਰਹੇ ਹੋ ਹਨ ਜੀ। ਰਾਜ ਸਭਾ ਮੈਂਬਰ ਸੀ ਵਿਜੇ ਮਾਲੀਆ, ਇਸੇ ਸਰਕਾਰ 'ਚ ਰਾਜ ਸਭਾ ਦੇ ਮੈਂਬਰ ਸੀ ਉਹ। ਤੇ ਜਦੋਂ ਉਹ ਚਲੇ ਗਏ ਹਾਲੇ ਤੱਕ ਇਹਨਾਂ ਦੇ ਲੁੱਕ ਆਊਟ ਨੋਟਿਸ ਇਹਨਾਂ ਕੋਲ ਧਰੇ ਦੇ ਧਰੇ ਪਏ ਨੇ। ਮੈਂ ਜੋ ਕੁਝ ਵੀ ਉੱਥੇ ਹੋਇਆ ਉਹਨੂੰ ਆਪਾਂ ਕਿਸੇ ਵੀ ਪਾਸਿਓਂ ਜਸਟੀਫਾਈ ਨਹੀਂ ਕਰਦੇ। ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਕਿਸਾਨਾਂ ਦਾ ਅੰਦੋਲਨ ਸੀ, ਸਰਕਾਰ ਤੇ ਦਬਾਅ ਬਣਾਉਣ ਲਈ ਸੀ। ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ। ਉਹਨਾਂ ਨੇ ਇੱਕ ਪਰੇਡ ਕੱਢੀ ਸੀ ਜੋ ਕਿ
ਅਮੂਮਨ ਸ਼ਾਂਤੀਪੂਰਵਕ ਰਹੀ ਆ। ਜੀ। ਜਿਹੜੇ ਵੀ ਲੋਕ ਲਾਲ ਕਿਲੇ ਤੇ ਪਹੁੰਚੇ ਆ, ਅਸੀਂ ਗਰਾਊਂਡ ਰਿਪੋਰਟ 'ਚ ਉੱਥੇ ਵੀ ਦੇਖਿਆ ਸੀ, ਇੱਥੇ ਵੀ ਸੁਣਿਆ, ਹੋਰ ਬਹੁਤ ਸਾਰੇ ਮਾਧਿਅਮਾਂ ਤੋਂ ਅਸੀਂ ਸੁਣਿਆ ਕਿ ਉਹ ਉੱਥੇ ਲੋਕਾਂ ਨੂੰ ਜਿਹੜਾ ਪਹੁੰਚਾਉਣ ਦਾ ਜਿਹੜਾ ਕੰਮ ਸੀਗਾ ਉਹ ਬਹੁਤ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਗਿਆ, ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਜੀ, ਈਡੀ ਵਿਭਾਗ ਵੀ ਤਿਆਰੀ ਕਰ ਰਿਹਾ ਹੈ ਬਈ ਹੁਣ ਇਹ ਫੰਡਿੰਗ ਕਿੱਥੋਂ ਹੋ ਰਹੀ ਸੀ, ਮਨੀ ਲਾਂਡਰਿੰਗ ਦੇ ਕੇਸਾਂ ਦੀ ਗੱਲ ਚੱਲ ਰਹੀ ਹੈ ਤੇ ਉਹ ਕਹਿੰਦੇ ਨੇ ਕਿ ਜਦੋਂ ਇੱਕ FIR ਦਰਜ ਹੋ ਜਾਏ ਤੇ ਤਾਂ ਹੀ ਜਿਹੜਾ ਹੈ ਈਡੀ ਵਿਭਾਗ ਕਾਰਵਾਈ ਕਰ ਸਕਦਾ ਅੱਗੇ ਤੋਂ। ਤੇ FIR ਦਰਜ ਹੋ ਗਈ ਤੇ ਹੁਣ ਈਡੀ ਵਿਭਾਗ ਕੀ ਪੜਤਾਲ ਕਰੇਗਾ ਇਹਦੇ 'ਚ? ਉਹ ਦੇਖਣਗੇ ਕਿਹਦੀ ਜੇਬ 'ਚ ਕਿੰਨੇ ਪੈਸੇ ਸੀ, ਤਲਾਸ਼ੀ ਲਈ ਜਾਊਗੀ ਤੇ ਉਹ ਪੈਸੇ ਕੱਢ ਕੇ ਰੱਖ ਲਾਂਗੇ, ਕਿਤੇ ਕੰਮ ਆ ਜਾਣਗੇ। ਫੰਡਿੰਗ ਦੀ ਗੱਲ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ ਕਿ ਕਿਹਦੀ ਫੰਡਿੰਗ ਦੇਖਣੀ ਚਾਹੁੰਦੇ ਹਾਂ ਜੀ। ਬਹੁਤ ਸਾਰੇ ਪੈਸੇ ਲੋਕ ਆਪ ਮੁਹਾਰੇ ਦੇ ਰਹੇ ਨੇ ਤੇ ਹੁਣ ਜੇ ਤੁਸੀਂ ਉੱਥੇ ਲਾਏ ਹੋਏ ਲੰਗਰਾਂ ਦਾ ਹਿਸਾਬ ਕਰੋਗੇ ਤਾਂ ਈਡੀ ਉਹਦੇ 'ਚ ਕੱਢ ਲੈ ਜੋ ਕੱਢਣਾ ਆ, ਪਰ ਜੋ ਕੁਝ ਹੈ ਉਹ ਸਾਰਿਆਂ ਦੇ ਸਾਹਮਣੇ ਆ। ਲੁੱਕਆਊਟ ਨੋਟਿਸ ਦੀ ਅਸੀਂ ਗੱਲ ਕੀਤੀ, ਈਡੀ ਕਿਹਦੇ ਖਾਤੇ ਖੰਗਾਲੇਗਾ? FIR ਉਹਨਾਂ ਕਿਸਾਨ ਲੀਡਰਾਂ ਤੇ ਹੋਈ ਆ ਤੇ ਜੋਗਿੰਦਰ ਯਾਦਵ ਜੀ ਦਾ ਇੱਕ ਬਿਆਨ ਮੈਂ ਪੜ੍ਹਦਾ ਸੀ, ਉਹ ਕਹਿੰਦੇ ਜਦੋਂ ਤੁਸੀਂ ਸੰਘਰਸ਼ ਕਰਦੇ ਆ, ਜਦੋਂ ਤੁਸੀਂ ਅੰਦੋਲਨ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਪਰਚੇ, FIRਾਂ ਤੇ ਜਿਹੜੀ ਸਜ਼ਾਵਾਂ ਨੇ, ਜੇਲ੍ਹਾਂ ਨੇ, ਉਹ ਇਨਾਮ ਹੁੰਦੇ ਨੇ, ਉਹੀ ਸਾਨੂੰ ਮਿਲਦੇ ਨੇ। ਮੈਂ ਇੱਕ ਕਿਸੇ ਦਾਰਸ਼ਨਿਕ ਦੀ ਕਿਤਾਬ 'ਚੋਂ ਇੱਕ ਲਾਈਨ ਪੜ੍ਹਦਾ ਸੀ ਕਿ ਭਵਿੱਖ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਿਰਫ ਸੰਘਰਸ਼ ਹੀ ਦੇਖ ਸਕਦਾ। ਜੇ ਤੁਸੀਂ ਕੁਝ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਆ ਤੇ ਮੌਜੂਦਾ ਸੱਤਾ ਨੇ ਤੁਹਾਨੂੰ ਚੁਣੌਤੀ ਦੇਣੀ ਆ, ਕਿਉਂਕਿ ਸੱਤਾ ਵੱਡੀ ਚੀਜ਼ ਹੈ ਤੇ ਤੁਸੀਂ ਛੋਟੀ ਚੀਜ਼ ਹੋ। ਤੁਹਾਡਾ ਜਿਹੜਾ ਦਾਇਰਾ ਆ, ਤੁਹਾਡੀ ਜਿਹੜੀ ਤਾਕਤ ਆ ਉਹ ਘੱਟ ਆ। ਪਰ ਕਿਸਾਨਾਂ ਨੇ ਜਿਹੜੀ ਚੀਜ਼ ਸਰਕਾਰ ਨੂੰ ਦਿਖਾਈ ਸੀ ਕਿ ਤੁਹਾਡੇ ਕਾਨੂੰਨ ਗਲਤ ਨੇ, ਇਹਨਾਂ ਨੂੰ ਰਿਪੀਲ ਕਰੋ, ਮੁੱਦਾ ਤੇ ਉੱਥੇ ਸੀ। ਹੁਣ ਤੇ ਅਸੀਂ ਕਿਸੇ ਹੋਰ ਪਾਸੇ ਚਲੇ ਗਏ ਆ। ਸਰਕਾਰ ਇਹੋ ਚਾਹੁੰਦੀ ਸੀ ਕਿ ਇਸ ਅੰਦੋਲਨ ਨੂੰ ਡੀਟਰੈਕ ਕਿੱਦਾਂ ਕੀਤਾ ਜਾਵੇ। 5-6 ਮਹੀਨੇ ਤੋਂ ਨਹੀਂ ਕਰ ਪਾਈ ਸੀ, ਹੁਣ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਠਿੱਬੀ ਲਾਈ ਜ਼ਰੂਰ ਆ। ਆਉਣ ਵਾਲੇ ਦਿਨ ਪਤਾ ਲੱਗਣਗੇ ਕਿ ਉਹ ਠਿੱਬੀ ਲਾਉਣ ਤੋਂ ਬਾਅਦ ਵੀ ਅੰਦੋਲਨ ਦੀ ਜਿਹੜੀ ਰੇਲ ਆ ਉਹ ਮੁੜ ਕੇ ਦੌੜਦੀ ਆ ਜਾਂ ਫਿਰ ਉਸ ਟਰੈਕ ਤੋਂ ਬਾਹਰ ਹੋ ਜਾਂਦੀ। ਨਹੀਂ, ਅਸੀਂ ਆਸ ਤਾਂ ਇਹੀ ਕਰਦੇ ਆ ਕਿ ਇਹ ਪੂਰੇ ਟਰੈਕ ਤੇ ਰਹੇਗੀ ਤੇ ਜਿੱਤ ਕੇ ਹੀ ਵਾਪਸ ਆਉਣਗੇ। ਤੇ ਬਿਲਗਾ ਜੀ, ਤੁਹਾਡੇ ਵੱਲ ਆਉਂਦੇ ਆ। ਰਾਜੇਵਾਲ ਸਰ ਹੁਣਾਂ ਦਾ ਬਿਆਨ ਆਉਣਾ ਕਿ ਹਰਿਆਣਾ ਵਿੱਚ ਜ਼ਿੰਮੇਵਾਰ, ਫਿਰ ਬਿਆਨ ਦੇ ਵਿੱਚ ਐਡ ਆਨ ਹੋਣਾ ਕਿ ਨਹੀਂ ਇਹ ਸਾਡਾ ਸਾਰਿਆਂ ਦਾ ਸਾਂਝਾ ਅੰਦੋਲਨ ਹੈ ਤੇ ਅਸੀਂ ਫਿਰ ਇਕੱਠੇ ਆ, ਇਹਦੇ ਬਾਰੇ? ਜੀ ਪਰਮਿੰਦਰ ਜੀ, ਮੈਂ ਸ਼ਰਮਾ ਜੀ ਦੇ ਗੱਲ ਦੇ ਨਾਲ ਇੱਕ ਈਡੀ ਵਾਲੀ ਗੱਲ ਚਾਹੁੰਦਾ ਵੀ ਪਿਛਲੀ ਸਰਕਾਰ ਜਿਹੜੀ ਪੰਜਾਬ ਦੀ ਸੀ ਉਹਦੇ ਵਿੱਚ ਇੱਕ ਚੀਫ ਪਾਰਲੀਮਾਨੀ ਸਕੱਤਰ, ਇੱਕ ਕੈਬਨਿਟ ਮੰਤਰੀ, ਇੱਕ ਉਸ ਵੇਲੇ ਦੇ ਮੌਜੂਦਾ ਡਿਪਟੀ ਚੀਫ ਮਿਨਿਸਟਰ ਦਾ ਰਿਸ਼ਤੇਦਾਰ, ਅੱਜ ਦੇ ਪੰਜਾਬ ਦੇ ਮੌਜੂਦਾ ਚੀਫ ਮਿਨਿਸਟਰ ਦੇ ਪਰਿਵਾਰਕ ਮੈਂਬਰ, ਇਹਨਾਂ ਦੇ ਸਾਰਿਆਂ ਦੇ ਪਹਿਲੇ ਚਿੱਠੇ ਜਿਹੜੇ ਆ ਉਹ ਈਡੀ ਖੋਲੀ ਬੈਠੀ ਆ। ਪਿਛਲੇ 10 ਸਾਲ ਤੋਂ ਲਗਭਗ ਅਸੀਂ ਇਹ ਈਡੀ ਦੀਆਂ ਜੀ ਅੱਜ ਈਡੀ ਨੇ ਤਲਬ ਕਰ ਲਿਆ, ਅੱਜ ਈਡੀ ਨੇ ਸੱਦ ਲਿਆ, ਅੱਜ ਤੱਕ ਹਜੇ ਤੱਕ ਉਹਨਾਂ ਦੇ ਤਾਂ ਕੋਈ ਸਰਕਾਰ ਜਾਂ ਈਡੀ ਕੱਢ ਨਹੀਂ ਸਕੀ। ਨੀਰਵ ਮੋਦੀ ਭੱਜ ਗਿਆ ਜਿੱਦਾਂ ਸ਼ਰਮਾ ਜੀ ਨੇ ਦੱਸਿਆ, ਤੇ ਉਹ ਵਿਜੇ ਮਾਲੀਆ, ਤੇ ਇਹ ਕਿਸਾਨ ਆ। ਕਿਸਾਨਾਂ ਨੂੰ ਕਿਸੇ ਨੇ ਜੇ ਕੋਈ ਲੰਗਰ ਲਈ ਕੋਈ 10-20 ਹਜ਼ਾਰ ਰੁਪਈਆ ਭੇਜ ਵੀ ਦਿੱਤਾ ਆ ਤੇ ਕਿਸਾਨਾਂ ਨੂੰ ਬਾਹਲਾ ਨਹੀਂ ਹੈਗਾ, ਨਾ LOC ਜਿਹੜੇ ਨੋਟਿਸ ਜਾਰੀ ਹੋਏ ਆ, ਇਹਨਾਂ ਵਿਚਾਰਿਆਂ ਘਰੋਂ ਉੱਠ ਕੇ ਆਪਣੇ ਖੇਤਾਂ ਤੱਕ ਜਾਣਾ, ਵੱਧ ਤੋਂ ਵੱਧ ਕਿਤੇ ਆਪਣੇ ਬੱਚੇ ਨੂੰ ਬਾਹਰ ਮਿਲਣਾ। ਇਹ ਕੋਈ ਵਾਲੀਆਂ ਗੱਲਾਂ ਇਸ ਅੰਦੋਲਨਕਾਰੀਆਂ ਲਈ, ਕਿਉਂਕਿ ਉਹ ਬੰਦੇ ਇੰਨੀ ਉਮਰ ਹੰਢਾ ਚੁੱਕੇ ਆ। ਅਸੀਂ ਦੇਖਦੇ ਹਾਂ 40-42 ਜਥੇਬੰਦੀ ਕਿ ਉਹਨਾਂ ਦੇ ਕੁਛ ਹੀ ਬੰਦੇ ਆ ਜਿਹੜੇ ਤਕਰੀਬਨ 40 ਸਾਲ ਤੋਂ ਥੱਲੇ ਆ, ਨਹੀਂ ਤਾਂ ਉਹ ਕਈ ਬੰਦੇ ਤਾਂ ਜਿੱਦਾਂ ਰਾਜੇਵਾਲ ਸਾਹਿਬ ਆ ਜਾਂ ਹੋਰ ਹੈਗੇ ਆ, ਉਹਨਾਂ ਦੀ ਤਾਂ ਉਮਰ ਹੀ 80-80 ਸਾਲ ਦੀ, ਉਹਨਾਂ ਤੇ 40-40 45-45 ਸਾਲ ਦੀ ਸੰਘਰਸ਼ ਵਿੱਚ ਉਮਰ ਲੰਘ ਗਈ। ਉਹ ਤਾਂ ਲਾਸਟ ਪੜਾਅ ਜ਼ਿੰਦਗੀ ਦੇ, ਉਹਨਾਂ ਨੂੰ ਬਾਹਲੀ ਇਹਨਾਂ ਦੀ ਗੱਲਾਂ ਦੀ ਪਰਵਾਹ ਨਹੀਂ ਹੋਣਾ। ਇਹ ਰਾਜੇਵਾਲ ਸਾਹਿਬ ਦੇ ਬਿਆਨ ਤੇ ਰਾਜੇਵਾਲ ਸਾਹਿਬ ਨੇ ਕੱਲ੍ਹ ਜਿਹੜਾ ਬਿਆਨ ਦਿੱਤਾ ਆ ਉਹ ਪਿਛਲੇ ਜਿਹੜਾ 6 ਮਹੀਨੇ ਦਾ ਸੰਘਰਸ਼ ਦਾ ਪੂਰਾ ਸਿਖਰ 'ਤੇ ਗਿਆ ਹੋਇਆ ਰੋਲ ਦੇ ਵਿੱਚ ਕਿਸੇ ਨੇ ਜਿੱਦਾਂ ਕਹਿ ਦਈਏ ਵੀ ਇੱਕ ਭਰੇ ਹੋਏ ਭਗਾਨੇ ਦੇ ਵਿੱਚ ਕਿਸੇ ਨੇ ਸੂਈ ਮਾਰਨ ਦੀ ਕੋਸ਼ਿਸ਼ ਕੀਤੀ ਆ। ਉਹ ਕੱਲ੍ਹ ਇਸ ਗੱਲ ਤੋਂ ਨਿਰਾਸ਼ ਵੀ ਸੀ, ਦੁਖੀ ਵੀ ਸੀ, ਪਰ ਉਹਨਾਂ ਨੇ ਫਿਰ ਵੀ ਅੰਦੋਲਨਕਾਰੀਆਂ ਨੂੰ ਇੱਕ ਖੜ੍ਹੇ ਹੋਣ ਲਈ, ਇੱਕ ਫਿਰ ਦੁਬਾਰਾ ਪਲੇਟਫਾਰਮ ਦੇ ਵਿੱਚ ਜਾਨ ਪਾਉਣ ਲਈ ਜਿਹੜਾ ਭਾਸ਼ਣ ਦਿੱਤਾ, ਤਾਂ ਉਹਨਾਂ ਨੇ ਇੱਕ ਪੁਰਾਣੀ ਇੱਕ ਝੰਡੂਨੀ ਸਾਹਿਬ ਦੇ ਸਾਹਮਣੇ ਬੈਠ ਕੇ ਗੱਲ ਸੁਣਾਈ ਸੀ ਵੀ ਮੈਂ ਮੀਟਿੰਗ ਤੋਂ ਪਹਿਲਾਂ ਇਸ ਜਦੋਂ ਸਾਂਝੀਆਂ ਸਾਡੀਆਂ ਮੀਟਿੰਗਾਂ ਹੋਣ ਲੱਗੀਆਂ, ਪ੍ਰਧਾਨਗੀ ਇਸ ਕਰਕੇ ਨਹੀਂ ਸੀ ਕਰਦਾ ਤੇ ਵੀ ਮੇਰੇ ਨਾਲ ਕਮਿਟਮੈਂਟ ਕਰਨ ਵੀ ਹਰਿਆਣੇ ਦੇ ਜਿਹੜੇ ਆ ਨੌਜਵਾਨ ਆ ਉਹ ਜਥੇਬੰਦੀ ਦੇ ਕੰਟਰੋਲ 'ਚ ਨਹੀਂ ਰਹਿੰਦੇ। ਇਹਨਾਂ ਨੇ ਜਾਟ ਅੰਦੋਲਨ ਫੇਲ ਕਰਵਾਤਾ ਸੀ, ਪਹਿਲਾਂ ਇਸ ਗੱਲ ਦੀ ਕਮਿਟਮੈਂਟ ਕਰੋ ਵੀ ਸਾਡੇ ਅੰਦੋਲਨ ਦੇ ਵਿੱਚ ਹਿੰਸਾ ਨੂੰ ਕੋਈ ਥਾਂ ਨਹੀਂ। ਜਦੋਂ ਇਸ ਗੱਲ ਦੀਆਂ ਸਹੁੰ ਨਿਆਂ ਹੋ ਗਿਆ, ਸਹੁੰਆਂ ਖਾਧੀਆਂ ਗਈਆਂ ਵੀ ਹਰਿਆਣੇ ਵਾਲੇ ਨੌਜਵਾਨ ਉਹ ਨਹੀਂ ਕਰਨਗੇ, ਤਾਂ ਫਿਰ ਮੈਂ ਇਸ ਮੀਟਿੰਗ ਦੀ ਜਿਹੜੀ ਆ ਪ੍ਰਧਾਨਗੀ ਲਈ ਸੀ। ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਵੀ ਅਸੀਂ ਹਿੰਸਾ ਨੂੰ ਭੜਕਾਉਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਰੱਖਦੇ। ਜਿਹੜੀ ਲਾਲ ਕਿਲੇ ਵਾਲੀ ਘਟਨਾ ਹੋਈ ਆ ਉਹਦਾ ਸਾਡੇ ਜਥੇਬੰਦੀਆਂ ਦਾ ਕੋਈ ਸੰਬੰਧ ਨਹੀਂ ਹੈਗਾ। ਪਰ ਉਹ ਰਾਜੇਵਾਲ ਸਾਹਿਬ ਦੇ ਬਿਆਨ ਨੂੰ ਥੋੜ੍ਹਾ ਜਿਹਾ ਕੱਟ ਕੇ ਨਾ, ਕਲਿੱਪ ਕੱਟ ਕੇ ਹਰਿਆਣੇ ਦੇ ਲੋਕਾਂ ਦੇ ਵਿੱਚ ਸਪਰੈਡ ਕੀਤਾ ਗਿਆ ਆ
ਕਿ ਰਾਜੇਵਾਲ ਸਾਹਿਬ ਦਾ ਜਿਹੜਾ ਹੈ ਇਸ ਘਟਨਾ ਦਾ ਜਿਹੜਾ ਸਾਰਾ ਜਿੰਮਾ ਉਹ ਹਰਿਆਣੇ ਦੇ ਨੌਜਵਾਨਾਂ ਸਿਰ ਸੱਟ ਰਿਹਾ। ਫੁੱਟ ਪਾਉਣ ਦੀ ਜਿਹੜੀ ਆ ਪਹਿਲਾਂ ਵੀ ਕੀਤੀ ਗਈ, ਚਾਹੇ SYL ਦਾ ਮੁੱਦਾ ਸੀ, ਚਾਹੇ ਹੋਰ ਸੀ ਵੀ ਪੰਜਾਬ ਦੇ ਨੌਜਵਾਨ ਅੰਬਾਲੇ ਆ ਕੇ ਖੱਪ ਕਰਦੇ ਆ। ਬਹੁਤ ਬਾਅਦ ਚ ਪਤਾ ਲੱਗਾ ਵੀ ਜਿਹੜਾ ਹੈਲੀਕਾਪਟਰ ਦਾ ਪੱਟਿਆ ਗਿਆ, ਕਰਨਾਲ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਹੈਲੀਪੈਡ ਪੱਟਿਆ ਗਿਆ, ਰੈਲੀ ਦਾ ਵਿਰੋਧ ਪੱਟਿਆ ਗਿਆ। ਤਾਂ ਇਹ ਤਾਂ ਜੱਗ ਜ਼ਾਹਰ ਹੋ ਚੁੱਕਾ ਵੀ ਅੰਦੋਲਨ ਜਿਹੜਾ ਇਹ ਸਾਰੇ ਦੇਸ਼ ਦਾ, ਇਕੱਲੇ ਪੰਜਾਬ ਹਰਿਆਣਾ ਦਾ ਨਹੀਂ ਹੈਗਾ। ਪਰ ਫਿਰ ਵੀ ਰਾਜੇਵਾਲ ਸਾਹਿਬ ਨੇ ਅੱਜ ਇੱਕ ਵੱਡਾ ਦਿਲ ਦਿਖਾਉਂਦੇ ਹੋਏ ਇੱਕ ਅੱਜ ਫਿਰ ਉਹਨਾਂ ਨੇ ਆਪਣਾ ਬਿਆਨ ਰਿਲੀਜ਼ ਕੀਤਾ ਵੀ ਮੇਰਾ ਮਕਸਦ ਉਸ ਹਿੰਸਾ ਦਾ ਜਿਹੜੀ ਲਾਲ ਕਿਲੇ ਲਈ ਆ ਉਹਨੂੰ ਇਹ ਜਸਟੀਫਾਈ ਕਰਨਾ ਸੀ ਵੀ ਸਾਡਾ ਇਹ 'ਚ ਕੋਈ ਰੋਲ ਨਹੀਂ। ਮੈਂ ਹਰਿਆਣੇ ਦੇ ਨੌਜਵਾਨਾਂ ਨੂੰ ਬਦਨਾਮ ਨਹੀਂ ਕਰ ਰਿਹਾ, ਮੈਂ ਹਰਿਆਣੇ ਵਾਲੇ ਨੌਜਵਾਨਾਂ ਨੂੰ ਕਿਸੇ ਗੱਲ ਦਾ ਬਲੇਮ ਨਹੀਂ ਦੇ ਰਿਹਾ। ਪਰ ਫਿਰ ਵੀ ਜੇ ਕਿਸੇ ਦੇ ਦਿਲ ਨੂੰ ਕੋਈ ਇਸ ਗੱਲ ਦਾ ਠੇਸ ਪਹੁੰਚਿਆ ਤਾਂ ਮੈਨੂੰ ਇਸ ਗੱਲ ਦੀ ਮਤਲਬ ਖੇਦ ਹੈ ਇਸ ਗੱਲ ਦਾ। ਇਸ ਕਰਕੇ ਇਹ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਬੜੇ ਸਿਆਣੇ ਲੀਡਰ ਆ। ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਆਲ 2-4 ਦਿਨ ਦੇ ਵਿੱਚ ਅੰਦੋਲਨ ਉਸੇ ਤਰ੍ਹਾਂ ਟਰੈਕ ਤੇ ਲੈ ਆਉਣਗੇ। ਇਸ ਗੱਲ ਦਾ ਉੱਥੇ ਸਾਨੂੰ ਗਰਾਊਂਡ ਤੇ ਦੱਸਣ ਨੂੰ ਸਾਰਾ ਕੁਝ ਮਿਲ ਰਿਹਾ। ਮੈਂ ਬਿਲਗਾ ਸਾਹਿਬ ਦੀ ਗੱਲ ਸੁਣੀ, ਬਹੁਤ ਸੁਣੀ ਨਾ। ਮੈਂ ਪਰਮਿੰਦਰ ਜੀ ਇੱਥੇ ਇੱਕ ਛੋਟੀ ਜਿਹੀ ਗੱਲ ਜੋੜਦਾ। ਬਿਲਗਾ ਸਾਹਿਬ ਤੁਸੀਂ ਇਸ ਗੱਲ ਨਾਲ ਸਹਿਮਤ ਹੋਣੇ ਆ। ਅਸੀਂ ਅਕਸਰ ਅਖਬਾਰਾਂ 'ਚ ਸੁਰਖੀਆਂ ਪੜ੍ਹਦੇ ਹਾਂ, ਖਬਰਾਂ ਪੜ੍ਹਦੇ ਹਾਂ, ਕਈ ਵਾਰ ਛੋਟੀਆਂ-ਛੋਟੀਆਂ ਵੀਡੀਓ ਦੇਖ ਲੈਂਦੇ ਹਾਂ। ਪਰ ਇਹ ਵਾਲਾ ਬਿਆਨ ਜਦੋਂ ਅੱਜ ਦੀ ਮੈਂ ਕੁਝ ਅਖਬਾਰਾਂ 'ਚ ਪੜ੍ਹਿਆ ਕਿ ਰਾਜੇਵਾਲ ਸਾਹਿਬ ਨੇ ਇਸ ਅੰਦੋਲਨ ਲਈ ਹਰਿਆਣੇ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪਰ ਹੁਣ ਸਾਨੂੰ ਸਮਝ ਲੱਗਦੀ ਆ ਕਿ ਕਿਸੇ ਵੱਡੀ ਚੀਜ਼ ਨੂੰ ਕੱਟ ਕੇ ਉਹਦੇ ਵਿੱਚੋਂ ਕੰਮ ਦੀ ਚੀਜ਼ ਲੈ ਕੇ ਕਿੱਦਾਂ ਉਸ ਚੀਜ਼ ਨੂੰ ਹੋਰ ਅਰਥਾਂ ਦੇ ਵਿੱਚ ਵਰਤ ਲਿਆ ਜਾਂਦਾ। ਅਸੀਂ ਕੱਲ੍ਹ ਉਹ ਆਪਣੇ ਚੈਨਲ ਤੋਂ ਵੀ ਤੇ ਹੋਰ ਚੈਨਲਾਂ ਤੋਂ ਵੀ ਜਿਹੜਾ ਉਹਨਾਂ ਦਾ ਸੰਯੁਕਤ ਮੋਰਚੇ ਦੀ ਸਟੇਜ ਤੋਂ ਰਾਜੇਵਾਲ ਸਾਹਿਬ ਦਾ ਸਾਰਾ ਬਿਆਨ ਸੀ ਉਹ ਸੁਣਿਆ, ਸਾਰਾ ਉਹਨਾਂ ਦਾ ਜਿਹੜਾ ਭਾਸ਼ਣ ਸੀ ਉਹ ਸੁਣਿਆ। ਸਾਰੇ ਲੀਡਰ ਉੱਥੋਂ ਬੋਲੇ, ਇਕੱਲੇ ਰਾਜੇਵਾਲ ਸਾਹਿਬ ਨਹੀਂ, ਸਾਰੇ ਲੋਕ ਉੱਥੇ ਬੋਲੋ। ਪਰ ਉਹ ਜਿਹੜਾ ਬਿਆਨ ਆ ਉਹਨੂੰ ਇੱਕ ਪੀਸ ਦੇ ਵਿੱਚ ਕੱਟ ਕੇ ਕਿੱਦਾਂ ਵਰਤਿਆ ਜਾ ਸਕਦਾ, ਉਹ ਸਾਡੇ ਲਈ ਬੜਾ ਹੈਰਾਨੀ ਦੀ ਗੱਲ ਸੀ। ਤੇ ਇਸ ਵੇਲੇ ਅਸੀਂ ਥੋੜਾ ਜਿਹਾ ਹੈਰਾਨ ਨਹੀਂ ਹੋਵਾਂਗੇ ਕਿਉਂਕਿ ਵੇਲਾ ਹੈ ਇਸ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਤੋਂ ਅਗਲੇ ਮੁੱਦੇ ਤੇ ਕਰਾਂਗੇ ਚਰਚਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਮੁੜ ਤੋਂ ਸਵਾਗਤ ਕਰਦੇ ਹਾਂ। ਤੇ ਬਿਲਗਾ ਜੀ ਤੁਹਾਡੇ ਵੱਲ ਆਉਂਦੇ ਹਾਂ। ਇਸ ਅੰਦੋਲਨ ਦੇ ਦੌਰਾਨ 26 ਤਰੀਕ ਦੀ ਟਰੈਕਟਰ ਪਰੇਡ ਤੇ ਉੱਪਰ ਨੈਸ਼ਨਲ ਮੀਡੀਆ ਦਾ ਰੋਲ, ਇਹ ਸਵਾਲ ਤੁਹਾਡੇ ਕੋਲੋਂ ਪੁੱਛਦੇ ਹਾਂ। ਜਾਣਨਾ ਚਾਹੁੰਦੇ ਕਿ ਨੈਸ਼ਨਲ ਮੀਡੀਆ ਨੇ ਉਹ ਦਿਖਾਣਾ ਚਾਹਿਆ ਜੋ ਸਰਕਾਰ ਨੇ ਆਖਿਆ, ਕਿਆ ਸੱਚ ਵੀ ਕੋਈ ਦਿਖਾਉਣ ਵਾਲਾ ਹੈਗਾ? ਅਸਲ 'ਚ ਪਰਮਿੰਦਰ ਜੀ ਗੱਲ ਇਸ ਤਰ੍ਹਾਂ ਵੀ ਨੈਸ਼ਨਲ ਮੀਡੀਆ ਜਿਸ ਤਰ੍ਹਾਂ 6 ਮਹੀਨੇ ਤੋਂ ਲੈ ਕੇ ਇਸ ਅੰਦੋਲਨ ਨੂੰ ਦਿਖਾ ਰਿਹਾ ਜਾਂ ਹੈਂਡਲ ਕਰ ਰਿਹਾ, ਜਾਂ ਆਪਾਂ ਕਹਿ ਸਕਦੇ ਵੀ ਸਰਕਾਰ ਜੋ ਚਾਹੁੰਦੀ ਆ ਉਹਨਾਂ ਵੱਲੋਂ ਪੇਸ਼ ਉਹੀ ਕੀਤਾ ਜਾਂਦਾ। ਪਰ ਇੱਕ ਗੱਲ ਦੀ ਜ਼ਰੂਰ ਇਸ ਵਿੱਚ ਦੇਖਣ ਵਾਲੀ ਕਿ ਜਿਹੜਾ ਪਲੇਟਫਾਰਮ ਨਾ ਉਹ ਚਾਹ ਰਹੇ ਸੀ ਵੀ ਸਾਨੂੰ ਸਰਕਾਰ ਨੂੰ ਆਹ ਬਣਾ ਕੇ ਦੇਣਾ ਚਾਹੀਦਾ ਮੀਡੀਆ, ਉਹ ਕਿਤੇ ਨਾ ਕਿਤੇ ਉਸ ਦਿਨ ਉਹ ਸਫਲ ਹੋ ਗਿਆ। ਕਿਉਂਕਿ ਉਹ ਜਿਹੜਾ ਖਾਲਿਸਤਾਨੀ ਇਹ ਦਿੱਲੀ ਦੇ ਵਿੱਚ ਆਣ ਕੇ ਝਗੜੇ ਕਰ ਦੇਣਗੇ ਜਾਂ ਕੁਝ ਵੀ ਦਿੱਲੀ ਦੀ ਭੰਨ ਤੋੜ ਕਰਨ, ਬੜੇ ਵੱਡੇ ਸ਼ਬਦ ਵਰਤੇ ਗਏ। ਪਰ ਉਹ ਜਿਹੜੀ ਉਦਣ ਕਿਤੇ ਨਾ ਕਿਤੇ ਜਾ ਕੇ ਜਿਹੜਾ ਸ਼ਰਮਾ ਜੀ ਨੇ ਵੀ ਦੱਸਿਆ ਵੀ ਡੈਂਟ ਪਿਆ ਇੱਕ ਇਸ ਅੰਦੋਲਨ ਤੇ, ਉਹ ਕਿਤੇ ਨਾ ਕਿਤੇ ਥੋੜ੍ਹਾ ਬੜਾ ਉਹ ਸਫਲਤਾ ਹੋਈ ਇਸ ਕੰਮ ਦੇ ਵਿੱਚ, ਚਾਹੇ ਉਹਦੇ ਲਈ ਜ਼ਿੰਮੇਵਾਰ ਕੋਈ ਵੀ ਆ। ਪਰ ਫਿਰ ਵੀ ਨੈਸ਼ਨਲ ਮੀਡੀਆ ਨੇ ਜੋ ਚਾਹਿਆ ਸੀ, ਇਹ ਕਹਿ ਸਕਦੇ ਕਿਸਾਨਾਂ ਦਾ ਕੁਝ ਹਿੱਸਾ ਜਿਹੜਾ ਸੀ ਉਸ ਜਾਲ 'ਚ ਫਸ ਗਿਆ। ਜਾਲ 'ਚ ਜਦੋਂ ਫਸ ਗਿਆ ਤੇ ਉਹ ਜੋ ਚਾਹ ਰਹੇ ਸੀ ਵੀ ਪਿਛਲੇ 2 ਮਹੀਨੇ ਤੇ ਸ਼ਾਂਤਮਈ ਬੰਦੇ ਬੈਠੇ ਆ, ਅਸੀਂ ਹਰਬਾ ਵਰਤ ਰਹੀਆਂ ਏਜੰਸੀਆਂ ਕੰਮ ਕਰ ਰਹੀਆਂ, ਜਿਹੜੇ ਉਹਨਾਂ ਦੇ ਵਿੱਚ ਬੰਦੇ ਛੱਡੇ ਹੋਏ ਉਹ ਕੰਮ ਕਰ ਰਹੇ, ਇਹ ਕੰਮ ਹੋ ਨਹੀਂ ਸੀ ਰਿਹਾ। ਉਹ ਜਦੋਂ ਸਿੰਘੂ ਬਾਰਡਰ ਤੋਂ ਦਿੱਲੀ ਵੱਲ ਨੂੰ ਚਾਲੇ ਪਾਏ ਤੇ ਉਹਨਾਂ ਨੂੰ ਇੱਕ ਨੈਸ਼ਨਲ ਮੀਡੀਆ ਨੂੰ ਆਪਣਾ ਜਿਹੜਾ ਪ੍ਰਚਾਰ ਸੀ, ਚਾਹੇ ਉਹ ਆਪਾਂ ਕਹਿ ਸਕਦੇ ਵੀ ਝੂਠਾ ਹੀ ਪ੍ਰਚਾਰ ਸੀਗਾ ਪਹਿਲਾਂ ਤਾਂ ਉਹਨਾਂ ਦਾ, ਤੇ ਉਹ ਉਹਨਾਂ ਨੂੰ ਇੱਕ ਗੱਲ ਕਹਿਣ ਨੂੰ ਮਿਲ ਗਈ। ਆਪਾਂ ਨੈਸ਼ਨਲ ਮੀਡੀਆ ਦਾ ਦੇਖਦੇ ਹਾਂ ਵੀ ਬਹੁਤ ਵੱਡੇ ਇਹ ਕਾਰਪੋਰੇਟ ਘਰਾਣੇ ਆ, ਐਵਰੇਜ ਕੱਢ ਲਈਏ ਤਾਂ 70 ਕੁ ਚੈਨਲ ਇੱਦਾਂ ਦੇ ਆ ਜਿਹੜੇ ਸਰਕਾਰ ਦੇ ਵਿੱਚ ਮੰਤਰੀ ਆ ਜਾਂ ਰਿਸ਼ਤੇਦਾਰ ਆ ਜਾਂ ਕਾਰਪੋਰੇਟ ਘਰਾਣਿਆਂ ਦੇ ਨਾਲ ਸੰਬੰਧ ਰੱਖਣ ਵਾਲੇ 70 ਚੈਨਲ ਨੈਸ਼ਨਲ ਮੀਡੀਆ ਦੇ ਵਿੱਚ ਆ। ਐਡੀ ਵੱਡੀ ਤਾਦਾਦ ਵਿੱਚ ਜਿਹੜੇ ਵੱਡੇ ਚੈਨਲ ਜਦੋਂ ਸਰਕਾਰ ਦੇ ਨਾਲ ਆਪਣੀਆਂ ਸਾਂਝਾਂ ਰੱਖਦੇ ਹੋਣ, ਮੰਤਰੀਆਂ ਦੇ ਨਾਲ ਰਿਸ਼ਤੇਦਾਰੀਆਂ ਰੱਖਦੇ ਹੋਣ, ਉਹਨਾਂ ਤੋਂ ਕੋਈ ਬਾਹਲੀ ਵੱਡੀ ਆਸ ਤਾਂ ਕੀਤੀ ਨਹੀਂ ਜਾ ਸਕਦੀ। ਪਰ ਇਸ ਜਾਲ 'ਚ ਜਿਹੜੇ ਫਸੇ ਕਿਸਾਨਾਂ ਦੇ ਕਹਿ ਸਕਦੇ ਹਿੱਸੇ ਜਾਂ ਉਹਨਾਂ ਦੀਆਂ ਜਥੇਬੰਦੀਆਂ ਦਾ ਕੁਛ ਤਬਕਾ ਜਿਹੜਾ ਉਹਨਾਂ ਦੇ ਵਿੱਚ ਆ ਗਿਆ, ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਸੀ। ਹੁਣ ਇਹ ਗੱਲ ਆਪਾਂ ਵੀ ਇਸ ਘਟਨਾ ਤੋਂ ਬਾਅਦ ਜਿਹੜਾ ਬੀਜੇਪੀ ਦਾ ਪਿਛਲੇ 2 ਮਹੀਨੇ ਤੋਂ ਇੱਕ ਚਿਹਰੇ ਤੇ ਉਹਨਾਂ ਦੇ ਪਲੱਤਣ ਛਾਈ ਸੀ ਕਿ ਇਸ ਅੰਦੋਲਨ ਨੂੰ ਹੈਂਡਲ ਕਰਨ ਲਈ ਉਹਨਾਂ ਕੋਲ ਕੁਝ ਨਹੀਂ ਸੀ ਲੱਭ ਰਿਹਾ। ਕਦੀ ਉਹ ਕੋਈ ਆਫਰਾਂ ਦਿੰਦੇ ਸੀ ਕਿਸਾਨਾਂ ਨੂੰ ਵੀ 1.5 ਸਾਲ ਲਈ ਅਸੀਂ ਕਰ ਦਿੰਦੇ ਆ ਇਸ ਕਾਨੂੰਨ ਨੂੰ ਸਸਪੈਂਡ, ਵੀ ਆਪਾਂ ਕਮੇਟੀ ਬਣਾ ਦੇ। ਆਪਾਂ ਸਾਰੀਆਂ ਮੀਟਿੰਗਾਂ 'ਚ ਦੇਖ ਲਿਆ ਇਹ ਕੁਝ। ਕਿਸੇ ਮੰਤਰੀ ਕੋਲ ਕੋਈ ਦੂਸ਼ਣਬਾਜ਼ੀ ਵੀ ਬੜੀ ਹੋਈ ਕਿਸਾਨਾਂ ਦੇ, ਕੋਈ ਹੈ ਨਹੀਂ ਸੀ ਜੀ ਬੀਜੇਪੀ ਦੇ ਮੰਤਰੀ, ਮੁੱਦਾ ਹੈ ਨਹੀਂ ਸੀ ਕੋਈ, ਕਿਸੇ ਦੇ ਵੀ ਚਿਹਰੇ ਤੇ ਕੋਈ ਰੌਣਕ ਨਹੀਂ ਸੀ, ਨਾ ਪ੍ਰੈਸ ਦੇ ਸਾਹਮਣੇ ਛੇਤੀ ਕੀਤੇ ਕੋਈ ਇੱਕ ਤੋਮਰ ਤੋਂ ਬਿਨਾਂ ਜਾਂ ਆਪਣੇ ਪਿਊਸ਼ ਗੋਇਲ ਤੋਂ ਬਿਨਾਂ ਆਉਂਦਾ ਨਹੀਂ ਸੀਗਾ।
ਪਰ ਜਦੋਂ ਹੀ ਇਹ ਘਟਨਾ ਵਾਪਰੀ, ਚਾਹੇ ਇਹ ਵਾਪਰਨ ਦੇ ਵਿੱਚ ਸਰਕਾਰ ਦਾ ਕਿੰਨਾ ਦਾ ਵੀ ਹੱਥ ਸੀਗਾ, ਇਹ ਸਾਰਿਆਂ ਨੇ ਇਸ ਵੇਲੇ ਦੇਖ ਲਿਆ। ਨਾਲ ਹੀ ਜਿੱਦਾਂ ਉੱਥੇ ਦੇ ਦਿੱਲੀ ਦੇ ਪ੍ਰਭਾਰੀ ਰਹੇ ਆ ਮਨੋਜ ਤਿਵਾਰੀ ਤੇ ਪ੍ਰਕਾਸ਼ ਜਾਵੜੇਕਰ, ਇਹਨਾਂ ਨੇ ਉਸੇ ਵੇਲੇ ਠਾ ਮੀਡੀਏ ਤੇ ਆਣ ਕੇ ਆਪਣੇ ਬਿਆਨ ਦਾਗਣੇ। ਕੋਈ ਕਾਂਗਰਸ ਨੂੰ ਇਸ ਗੱਲ ਦਾ ਬਲੇਮ ਕਰੀ ਜਾਂਦਾ ਆ, ਕੋਈ ਕਿਸੇ ਉਹ ਕੇਜਰੀਵਾਲ ਦੀ ਪਾਰਟੀ ਨੂੰ ਕਰੀ ਜਾਂਦਾ ਆ, ਤੇ ਕਿਸਾਨਾਂ ਨੂੰ ਤਾਂ ਉਹਨਾਂ ਨੇ ਮਤਲਬ ਹਜੇ ਵੀ ਲੈਂਗੁਏਜ ਉਹਨਾਂ ਦੀ ਕਿਸਾਨਾਂ ਪ੍ਰਤੀ ਜਿਹੜੀ ਆ ਉਹ ਇਹ ਹੈ ਜੀ, ਇਹ ਕਿਸਾਨ ਨਹੀਂ ਹੈਗੇ, ਇਹ ਤਾਂ ਜੀ ਹੜਦੰਗਬਾਜ਼ ਆ। ਇਹ ਸਿਆਸਤ ਜਿਹੜੀ ਆ ਉਹ ਬੀਜੇਪੀ ਦੀ ਸਿਆਸਤ ਪਿਛਲੇ 2 ਮਹੀਨੇ ਤੋਂ ਇੱਕ ਜਿਹੜੀ ਡੈੱਡ ਪਈ ਸੀਗੀ, ਜਾਂ ਕਹਿ ਸਕਦੇ ਕਿ ਉਹ ਇਸ ਵੇਲੇ ਫਸੇ ਮਹਿਸੂਸ ਕਰਦੇ ਹੀ ਆਪਣੇ ਆਪ ਨੂੰ। ਇੱਕਦਮ ਉਸ ਅੰਦੋਲਨ ਦੀ ਇਸ ਛੋਟੀ ਘਟਨਾ ਤੋਂ ਬਾਅਦ ਉਹਨਾਂ ਨੇ ਉਸ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਹੁਣ ਇਹ ਇੱਕ ਵਾਰੀ ਸਾਡੇ ਕਾਬੂ ਆ ਗਿਆ ਆ। ਜਿਸ ਹਿਸਾਬ ਦੇ ਨਾਲ ਉਹਨਾਂ ਨੇ ਫਿਰ ਆਪਣੀ ਬਿਆਨ ਸਖਤ ਕਰਤੇ ਆ, ਜਿੰਨਾ ਪੁਲਿਸ ਕਾਰਵਾਈ ਸਖਤ ਕਰਤੀ ਆ, ਇਹ ਚੀਜ਼ਾਂ ਦੱਸਦੀਆਂ ਆ ਕਿ ਉਹਨਾਂ ਨੂੰ ਇੱਕ ਮੌਕਾ ਜਿਹੜਾ ਦਿੱਤਾ ਗਿਆ ਆ। ਉਹ ਇਸ ਅੰਦੋਲਨ ਦੇ ਵਿੱਚ ਜਿਹੜੇ ਸ਼ਾਮਲ ਗਰਮ ਖੂਨ ਵਾਲੇ ਜਾਂ ਜੋਸ਼ ਵਾਲੇ ਮੁੰਡੇ ਸੀਗੇ, ਉਹਨਾਂ ਦੀ ਵਜ੍ਹਾ ਨਾਲ ਮਿਲਿਆ ਜਾਂ ਉੱਥੇ ਕਿੱਦਾਂ ਹੋਈ, ਕੀ ਹੋਇਆ, ਉਹ ਤਾਂ ਸਾਰਿਆਂ ਦੇ ਸਾਹਮਣੇ ਹੈਗਾ। ਪਰ ਨੈਸ਼ਨਲ ਮੀਡੀਆ ਨੇ ਜਿਹੜਾ ਰੋਲ ਆਪਣਾ ਅਦਾ ਜਿਹੜਾ ਆ, ਉਹ ਅਸੀਂ ਕਹਿ ਸਕਦੇ ਹਾਂ ਵੀ ਉਹ ਆਪਣਾ ਇੱਕ ਪੱਖੋਂ ਤੇ ਸਹੀ ਆ, ਦੂਜਾ ਪੱਖ ਉਹਨਾਂ ਨੇ ਵੀ ਦਬਾ ਕੇ ਰੱਖਿਆ। ਤੇ ਇਸ ਵੇਲੇ ਬੀਜੇਪੀ ਤਾਂ ਕਹਿੰਦੇ ਬਾਗੋ ਬਾਗ ਹੋਈ ਪਈ ਆ ਵੀ ਜਿਹੜੀ ਚੀਜ਼ ਉਹ ਚਾਹ ਰਹੇ ਸੀ ਉਹਨਾਂ ਨੂੰ ਮਿਲ ਗਈ ਜੀ। ਤੇ ਅੰਮ੍ਰਿਤ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਨੌਜਵਾਨ ਉੱਥੇ ਗਏ ਸੀ ਜੀ, ਉਹਨਾਂ ਦੇ ਮਨ 'ਚ ਉਹ ਜਜ਼ਬਾ ਸੀ ਕਿ ਸਾਡੇ ਬਜ਼ੁਰਗ 2 ਮਹੀਨਿਆਂ ਤੋਂ 6 ਮਹੀਨਿਆਂ ਤੋਂ ਸੜਕਾਂ ਤੇ ਰੁਲਦੇ ਪਏ, ਸਰਕਾਰ ਨੇ ਸੁਣੀ ਨਹੀਂ, ਤੇ ਇਸ ਕਰਕੇ ਉਹਨਾਂ ਦੇ ਮਨ 'ਚ ਥੋੜਾ ਗਿਲੇ ਸ਼ਿਕਵੇ ਸੀ ਜਿਹੜਾ ਉਹ ਰੂਪ ਸਾਹਮਣੇ ਆਇਆ। ਤੁਹਾਨੂੰ ਇੰਜ ਲੱਗਦਾ ਹੈ ਕੁਝ? ਨਹੀਂ, ਇਦਾਂ ਨਹੀਂ ਹੈ ਜੀ। ਇੱਕ ਗੱਲ ਮੈਂ ਪਹਿਲਾਂ ਵੀ ਹੁਣੇ ਐਸੇ ਪ੍ਰੋਗਰਾਮ 'ਚ ਆਪਣੇ ਗੱਲ 'ਚ ਕਰਕੇ ਹਟਿਆ ਸੀ ਕਿ ਕਿਤੇ ਨਾ ਕਿਤੇ ਜਿਹੜਾ ਜੋਸ਼ ਆ ਉਹ ਹੋਸ਼ ਦੇ ਉੱਤੇ ਭਾਰੂ ਹੋ ਜਾਂਦਾ। ਪਰ ਉੱਥੇ ਬਿਲਕੁਲ ਸਿੰਘੂ ਬਾਰਡਰ ਤੇ, ਚਾਹੇ ਟਿਕਰੀ ਤੇ, ਚਾਹੇ ਜਿੱਥੇ ਵੀ ਕਿਤੇ ਜਾਂਦੇ ਆ, ਸਾਨੂੰ ਕੋਈ ਵੀ ਹੜਦੰਗ ਨਜ਼ਰ ਨਹੀਂ ਆਇਆ ਯੂਥ ਦੇ ਵਿੱਚ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜੇ ਕਿਤੇ ਗੱਡੀ 'ਚ ਗੱਡੀ ਵੀ ਫਸਦੀ ਆ ਤੇ ਉਤਰ ਕੇ ਉਹਨੂੰ ਕਹਿੰਦੇ ਥੋੜਾ ਇੱਧਰ ਨੂੰ ਕਰ ਲਓ, ਥੋੜਾ ਉੱਧਰ ਕਰ ਲਓ। ਲੰਗਰ ਵੀ ਲਾਉਂਦੇ ਆ, ਪ੍ਰਸ਼ਾਦ ਵੀ ਵੰਡਦੇ ਆ, ਉੱਥੇ ਹੋਰ ਸਾਰੀਆਂ ਸਰਵਿਸਿਜ਼ ਵੀ ਚੱਲਦੀ ਆ, ਸਫਾਈ ਵੀ ਕਰਦੇ ਆ। ਚੰਗੇ ਸੋਹਣੇ ਮੁੰਡੇ ਜਿਹੜੇ ਸਾਡੇ ਆ, ਉੱਥੇ ਝਾੜੂ ਲੈ ਕੇ ਵੀ ਆ, ਤੇ ਉੱਥੇ ਹੋ ਜੇ ਕੋਈ ਚਿੱਕੜ ਵੀ ਆਉਂਦਾ ਜਾਂ ਕਿਤੇ ਸਫਾਈ ਵੀ ਆ, ਕਿਤੇ ਕਿਸੇ ਚੀਜ਼ ਦੀ ਲੋੜ ਆ, ਛਿਲਕੇ ਵੀ ਚੱਕੇ ਜਾਂਦੇ ਆ, ਝੂਠੀਆਂ ਪਲੇਟਾਂ ਵੀ ਚੱਕੀਆਂ ਜਾਂਦੀਆਂ, ਤੇ ਹੋਰ ਸਾਰੇ ਕੰਮ ਵੀ ਕੀਤੇ ਜਾਂਦੇ। ਇਹ ਗੱਲ ਬਹੁਤ ਤੁਸੀਂ ਵਾਜਬ ਕਹੀ ਆ ਵੀ ਕਿਤੇ ਨਾ ਕਿਤੇ ਇਹ ਗੱਲ ਰਹਿੰਦੀ ਆ ਕਿ ਅਸੀਂ 6 ਮਹੀਨੇ ਹੋ ਗਏ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ। ਪਰ ਇਸ ਗੱਲ ਦੇ ਬਾਵਜੂਦ ਵੀ ਉਸ ਸਟੇਜ ਤੋਂ ਹਮੇਸ਼ਾ ਇਹ ਕਿਹਾ ਜਾਂਦਾ, ਇੱਕ ਨਾਰਾ ਵੀ ਬਣਾ ਕੇ ਦਿੱਤਾ ਗਿਆ ਸੀ ਕਿ ਜੇ ਸ਼ਾਂਤ ਰਹੇ ਤਾਂ ਅਸੀਂ ਜਿੱਤਾਂਗੇ, ਜੇ ਹਿੰਸਾ ਕੀਤੀ ਤੇ ਸਰਕਾਰ ਜਿੱਤੇਗੀ। ਸਰਕਾਰ ਦੇ ਪ੍ਰਮੁੱਖ ਦਾ ਨਾਂ ਲਿਆ ਗਿਆ ਕਿ ਜੇ ਹਿੰਸਾ ਹੋਈ ਤੇ ਫਿਰ ਮੋਦੀ ਜਿੱਤੇਗਾ। ਪਰ ਉਹਦੇ ਵਿੱਚ ਕਿਤੇ ਵੀ ਯੂਥ ਦਾ ਇਹ ਨਜ਼ਰ ਸਾਨੂੰ ਨਹੀਂ ਆਇਆ ਵੀ ਕਿਤੇ ਵੀ ਉਹਨਾਂ ਨੇ ਉਹ ਕੀਤਾ ਹੋਵੇ ਕਿ ਅਸੀਂ ਇਹਨੂੰ ਲਾਲ ਕਿਲੇ ਤੇ ਜਾਣਾ ਆ, ਜਾਂ ਝੰਡਾ ਜਿਹੜਾ ਚੜਾਉਣਾ ਆ, ਜਾਂ ਉਹਨਾਂ ਦੀ ਪਰੇਡ ਨੂੰ ਖਰਾਬ ਕਰਨਾ ਆ, ਜਾਂ ਕੁਝ ਖਰਾਬ ਕਰਨਾ। ਇਹ ਬਿਲਕੁਲ ਇੱਕ ਜਿਹੜਾ ਚਾਲਬਾਜ਼ੀ ਵਾਲਾ ਤਰੀਕਾ ਸੀ ਜਿਹਦੇ ਵਿੱਚ ਕੁਝ ਲੋਕ ਟਰੈਪ ਹੋ ਗਏ ਜੀ। ਤੇ ਇਸ ਵੇਲੇ ਆਪਾਂ ਟਰੈਪ ਨਹੀਂ ਹੋਣਾ, ਅਗਲੀ ਗੱਲ ਵੱਲ ਆਉਂਦੇ ਆ ਬਈ ਸੈਂਟਰ ਦਾ ਸਾਰਾ ਆਪਾਂ ਪੱਖ ਵੇਖ ਲਿਆ, ਹੁਣ ਪੰਜਾਬ ਦੀ ਸਿਆਸਤ ਦਾ ਇਸ ਅੰਦੋਲਨ ਪ੍ਰਤੀ ਹੁਣ ਕੀ ਜਵਾਬ ਹੈ? ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਜੀ ਕਿ ਅਰਿਸਟੋਟਲ ਦਾ ਇੱਕ ਕਥਨ ਆ ਜਾਂ ਸੁਕਰਾਤ ਦਾ, ਸ਼ਾਇਦ ਤੁਸੀਂ ਰਾਜਨੀਤੀ 'ਚ ਹਿੱਸਾ ਲਓ ਚਾਹੇ ਨਾ ਲਓ, ਰਾਜਨੀਤੀ ਤੁਹਾਡੇ 'ਚ ਹਿੱਸਾ ਜ਼ਰੂਰ ਲੈਂਦੀ ਹੈ। ਸਿਆਸਤ ਤੁਹਾਨੂੰ ਨਹੀਂ ਛੱਡਦੀ, ਤੁਸੀਂ ਸਿਆਸਤ ਨੂੰ ਛੱਡ ਵੀ ਦਿਓ। ਤੇ ਜਿਹੜੇ ਸਿਆਸੀ ਧਿਰ ਨੇ ਉਹਨਾਂ ਦਾ ਤਾਂ ਪ੍ਰੋਫੈਸ਼ਨ ਹੀ ਇਹ ਆ ਕਿ ਉਹਨਾਂ ਨੇ ਸਿਆਸਤ ਕਰਨੀ ਹੈ। ਬਹੁਤ ਸਾਰੇ ਲੋਕਾਂ ਨੇ ਉਹਦੇ ਤੇ ਬਿਆਨ ਦਿੱਤੇ ਨੇ। ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਪਰ ਹਿੰਸਾ ਦੇ ਅਸੀਂ ਖਿਲਾਫ ਆ, ਤੇ ਹਿੰਸਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸੀ। ਕਿਉਂਕਿ ਕੈਪਟਨ ਸਾਹਿਬ ਆਰਮੀ ਤੋਂ ਨੇ, ਤੇ ਜਿੰਨੇ ਵੀ ਆਰਮੀ ਪਰਸਨਲਸ ਨੇ ਉਹਨਾਂ ਲਈ ਦੇਸ਼ ਦੀ ਜਿਹੜੀਆਂ ਮੁੱਖ ਇਮਾਰਤਾਂ ਆ ਜਾਂ ਦੇਸ਼ ਦੀ ਜਿਹੜੀ ਧਰੋਹਰ ਆ ਉਹਦੇ ਲਈ ਰਿਸਪੈਕਟ ਵੀ ਹੈ, ਸਾਡੇ ਲਈ ਵੀ ਹੈ। ਜੇ ਅਸੀਂ ਕਦੇ ਦਿੱਲੀ ਜਾਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਲਾਲ ਕਿਲ੍ਹਾ, ਸੰਸਦ ਜਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜ਼ਰੂਰ ਆਈਏ। ਤੇ ਇਹ ਗੱਲ ਬਿਲਕੁਲ ਸਹੀ ਆ ਕਿ ਹਿੰਸਾ ਨਹੀਂ ਹੋਣੀ ਚਾਹੀਦੀ ਸੀ। ਉੱਥੇ ਜੋ ਵੀ ਉਤਪਾਤ ਮਚਾਇਆ ਗਿਆ ਉਹ ਨਹੀਂ ਹੋਣਾ ਚਾਹੀਦਾ ਸੀ। ਪਰਮਿੰਦਰ ਜੀ, ਅਸੀਂ ਪਹਿਲਾਂ ਵੀ ਇਹ ਗੱਲ ਕਰ ਹਟੇ ਹਾਂ ਕਿ ਦੰਗੇ ਜਿਹੜੇ ਆ ਉਹ ਅਕਸਰ ਧਰਮ ਦੇ ਨਾਮ ਤੇ ਹੁੰਦੇ ਆ, ਜਾਤੀਆਂ ਦੇ ਨਾਮ ਤੇ ਹੁੰਦੇ ਆ। ਚਾਹੇ ਉਹ ਜਾਟ ਅੰਦੋਲਨ ਸੀ, ਚਾਹੇ ਅਸੀਂ ਪਹਿਲਾਂ ਦੇ ਰਾਈਟਸ ਦੀ ਗੱਲ ਕਰ ਲਈਏ ਕਿ ਜੋ ਦੰਗਿਆਂ ਦੀ, ਇੱਥੇ ਧਰਮ ਨਾਲ ਸੰਬੰਧਿਤ ਕੁਝ ਨਹੀਂ ਸੀ। ਇੱਥੇ ਸਿਰਫ ਔਰ ਸਿਰਫ ਕਿਸਾਨੀ ਕਾਨੂੰਨਾਂ ਦੀ ਲੜਾਈ ਸੀ ਜਿਹੜੀ ਬਹੁਤ ਲੰਬੀ ਚੱਲ ਗਈ। ਹੁਣ ਗੱਲ ਤੁਸੀਂ ਸਿਆਸਤ ਦੀ ਕੀਤੀ ਆ, ਤੇ ਦਿੱਲੀ ਤੋਂ ਕੁਝ ਲੀਡਰ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਜਿਹੜੀ ਅਕਾਲੀ ਦਲ ਆ ਉਹਦੇ ਲੀਡਰਾਂ ਨੇ ਸਾਰਾ ਕੁਝ ਕਰਵਾਇਆ ਆ। ਤੇ ਕੈਪਟਨ ਸਾਹਿਬ ਨੂੰ ਵੀ ਪਤਾ ਆ ਕਿ ਜਿਹੜੀਆਂ 22 'ਚ ਇਲੈਕਸ਼ਨ ਆ ਰਹੀਆਂ ਮੂਹਰੇ ਅਗਲੇ ਸਾਲ, ਤੇ ਉਹਦੇ ਲਈ ਉਹਨਾਂ ਦਾ ਜਿਹੜਾ ਮੁਕਾਬਲਾ ਆ ਉਹ ਆਮ ਆਦਮੀ ਪਾਰਟੀ ਨਾਲ ਆ, ਤੇ ਉਹ ਹਰ ਗੱਲ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਦੇ ਆ। ਤੇ ਆਮ ਆਦਮੀ ਪਾਰਟੀ ਵਾਲੇ ਦੋਹਾਂ ਨੂੰ ਹੀ ਸੈਂਟਰ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸ ਰਹੇ ਆ। ਤੇ ਰਾਘਵ ਚੱਡਾ ਦਾ ਅੱਜ ਦਾ ਬਿਆਨ ਸੀ ਕਿ ਇਹਦੇ ਜਿਹੜੇ ਵਿੱਚ ਹੈਗੇ ਦੇ 'ਚ ਜ਼ਿੰਮੇਵਾਰੀ ਆ ਉਹ ਕੇਂਦਰ ਸਰਕਾਰ ਦੀ ਆ। ਤੇ ਉਹ ਜਿਹੜੀ ਸਿਆਸਤ ਆ ਉਹ ਤੇ ਕਿਤੇ ਨਾ ਕਿਤੇ ਭਾਰੀ ਹੈ ਹੀ। ਮੈਂ ਉਹਦੇ 'ਚ ਇੱਕ ਹੋਰ ਇਸ ਤੁਹਾਡੇ ਸਵਾਲ ਤੋਂ ਇਲਾਵਾ ਇਹ ਗੱਲ ਦੱਸਣੀ ਚਾਹੁੰਦਾ। ਮੈਂ ਇੰਟਰਨੈਸ਼ਨਲ ਮੀਡੀਆ ਦੀ ਗੱਲ ਕਰਦੇ ਸੀ, ਅਸੀਂ ਨੈਸ਼ਨਲ ਮੀਡੀਆ ਦੀ ਗੱਲ ਕੀਤੀ ਹੈ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਅਸੀਂ ਬਹੁਤ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਅੱਜ ਦੇਖੀਆਂ,
ਤੇ ਬਹੁਤ ਸਾਰਿਆਂ ਨੇ ਇਹੀ ਕਿਹਾ ਜੋ ਉਹਨਾਂ ਦੇ ਪੱਤਰਕਾਰਾਂ ਨੇ ਉੱਥੋਂ ਦੇਖਿਆ ਜਾਂ ਉਹਨਾਂ ਨੇ ਇੰਡੀਆ ਤੋਂ ਇਨਪੁਟ ਲਈ ਹੋਣੀ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਨੈਸ਼ਨਲ ਅਖਬਾਰਾਂ ਤੋਂ ਹੀ ਪੁੱਛ ਲੈਂਦੇ ਹੋਣਗੇ ਜਾਂ ਉਹਨਾਂ ਦੇ ਨਾਮਾਨਗਾਰ ਵੀ ਇੱਥੇ ਹੁੰਦੇ ਹੋਣਗੇ, ਏਜੰਸੀਜ਼ ਹੁੰਦੀਆਂ ਸਾਰਿਆਂ ਦੀ ਮੋਸਟਲੀ। ਤੇ ਬਹੁਤ ਸਾਰੀਆਂ ਅਖਬਾਰਾਂ ਨੇ ਇਹੀ ਦੱਸਿਆ ਕਿ ਕਿਸੇ ਨੇ ਤਾਂ ਇਹ ਕਿਹਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੇ ਮੋਦੀ ਦੇ ਪ੍ਰਭਾਵ ਨੂੰ ਘੱਟ ਕਰਕੇ ਦੇਖਿਆ, ਉਹਨਾਂ ਨੇ ਉਹਦੀ ਪਰਵਾਹ ਨਹੀਂ ਕੀਤੀ ਜੀ। ਤੇ ਬਹੁਤਿਆਂ ਨੇ ਇਹ ਕਿਹਾ ਕਿ ਕੁਝ ਨੇ ਇਹ ਵੀ ਕਿਹਾ ਕਿ ਲਾਲ ਕਿਲ੍ਹੇ ਦੇ ਉੱਤੇ ਪਹਿਲਾਂ ਵੀ ਪੰਜਾਬ ਦੇ ਬਜ਼ੁਰਗਾਂ ਦਾ ਕਬਜ਼ਾ ਰਿਹਾ ਤੇ ਉਹਨਾਂ ਨੇ ਫਿਰ ਉੱਥੇ ਝੰਡਾ ਲਹਿਰਾਇਆ। ਪਾਕਿਸਤਾਨ ਨੇ ਕਿਹਾ, ਕਿਉਂਕਿ ਪਾਕਿਸਤਾਨ ਤੋਂ ਸਾਨੂੰ ਆਸ ਆ ਕਿ ਉਹ ਕੁਝ ਚੰਗਾ ਹੀ ਬੋਲਣਗੇ ਤੁਹਾਡੇ ਲਈ, ਚੰਗੇ ਗਵਾਂਢੀ ਜੋ ਆ ਤੁਹਾਡੇ, ਉਹਨਾਂ ਨੇ ਕਿਹਾ ਕਿ ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਤੇ ਇਦਾਂ ਹੀ ਵੱਖ-ਵੱਖ ਅਖਬਾਰਾਂ ਤੋਂ ਇਹੋ ਜਿਹੀਆਂ ਸੁਰਖੀਆਂ ਸਾਹਮਣੇ ਆਈਆਂ। ਤੇ ਤੁਸੀਂ ਝੰਡੇ ਦੀ ਗੱਲ ਕੀਤੀ ਨਾ ਵੀ ਖਾਲਿਸਤਾਨ ਦਾ ਝੰਡਾ ਬਿਲਕੁਲ ਲਹਿਰਾਇਆ, ਅਸਲ ਦੇ ਵਿੱਚ ਕੋਈ ਕਹਿੰਦਾ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਨਿਸ਼ਾਨ ਸਾਹਿਬ ਸੀ, ਉਹ ਤਾਂ ਇੱਕ ਝੰਡੀ ਮਾਤਰ ਸੀ ਤੇ ਉਹ ਕਿਸੇ ਖਾਸ ਪੱਖ ਨੂੰ ਨਹੀਂ ਸੀ ਦਰਸਾਉਂਦੀ, ਸਿਰਫ ਮਤਲਬ ਐਵੇਂ ਹੀ ਸ਼ੋਸ਼ੇਬਾਜ਼ੀ ਕਹਿ ਸਕਦੇ ਆ ਆਪਾਂ। ਬਿਲਕੁਲ। ਤੁਸੀਂ ਕਿੱਦਾਂ ਪਰਮਿੰਦਰ ਜੀ, ਅਸੀਂ ਉਹਦੇ ਟੈਕਨੀਕਲ ਪੱਖ ਵੱਲ ਨਹੀਂ ਜਾਂਦੇ ਕਿ ਉਹ ਨਿਸ਼ਾਨ ਸਾਹਿਬ ਸੀ ਜਾਂ ਉਹਦੇ ਸਾਈਜ਼ 'ਚ ਛੋਟਾ ਸੀ ਜਾਂ ਉਹ ਕਿਸੇ ਧਰਮ ਦਾ ਚਿੰਨ੍ਹ ਸੀ। ਜੀ। ਗੱਲ ਤਾਂ ਇਹ ਆ ਕਿ ਉੱਥੇ ਉਤਪਾਤ ਤੇ ਹੋਇਆ, ਜੀ। ਅਸੀਂ ਉਹਨੂੰ ਜਸਟੀਫਾਈ ਨਹੀਂ ਕਰਦੇ ਕਿਸੇ ਵੀ ਤਰੀਕੇ ਨਾਲ, ਜੀ। ਚਾਹੇ ਉਹ ਖਾਲਿਸਤਾਨ ਦਾ ਝੰਡਾ ਨਹੀਂ ਸੀ, ਚਾਹੇ ਉੱਥੇ ਕੋਈ ਬਿਆਨਬਾਜ਼ੀ ਚੰਗੀ ਹੋਈ ਜਾਂ ਗਲਤ ਹੋਈ, ਉੱਥੇ ਜੋ ਵੀ ਹੋਇਆ ਉਹ ਗਲਤ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਤੇ ਅਸੀਂ ਤੇ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਕੀ ਉਹ ਕਿਸਾਨ ਧਿਰਾਂ ਵੱਲੋਂ ਹੋਇਆ ਜਾਂ ਉਹ ਕੁਝ ਹੋਰ ਲੋਕ ਸਨ। ਸ਼ਰਮਾ ਜੀ, ਤੁਸੀਂ ਬੜੇ ਸੋਹਣੇ ਢੰਗ ਨਾਲ ਦੱਸ ਦਿੱਤਾ ਵੀ ਉੱਥੇ ਸਾਰਾ ਕੁਝ ਕੀ ਹੋਇਆ ਤੇ ਕਿਵੇਂ ਹੋਇਆ। ਤੇ ਬਲਗਾ ਜੀ, ਤੁਹਾਡੇ ਵੱਲ ਆਉਂਦੇ ਆ, ਜੋ ਇਹ ਮੀਡੀਆ ਨੇ ਪੱਖ ਦਿਖਾਇਆ, ਪਰ ਮੈਨੂੰ ਨਜ਼ਰ ਆਉਂਦਾ ਹੈ ਕਿ ਮੀਡੀਆ ਦੀ ਇੱਕ ਅੱਖ ਪਰੇ ਸੀ ਜਿੱਥੇ ਤੁਸੀਂ ਵੀ ਪਹੁੰਚੇ ਹੋਏ ਸੀ, ਜਿੱਥੇ ਫੁੱਲ ਵਿਸ਼ੇ ਨਜ਼ਰ ਆਉਂਦੇ ਸੀ, ਉਹਦੇ ਬਾਰੇ ਦੱਸ ਦਿਓ। ਹਾਂਜੀ ਪਰਮਿੰਦਰ ਜੀ, ਉਹ ਇਸ ਤਰ੍ਹਾਂ ਸੀ ਗੱਲ ਵੀ ਜਦੋਂ ਰਾਈਟ ਹੈਂਡ ਸਾਈਡ ਅਸੀਂ ਕਰਨਾਲ ਰੋਡ ਤੋਂ ਜਿਹੜਾ ਰੂਟ ਮੈਪ ਤੈਅ ਸੀ ਸਰਕਾਰ ਦੇ ਨਾਲ, ਜਦੋਂ ਦਿੱਲੀ 'ਚ ਅਸੀਂ ਕੋਸ਼ਿਸ਼ ਕੀਤੀ ਐਂਟਰੀ ਕਰਨ ਦੀ, ਤੇ ਅਸੀਂ ਉਸ ਰੋਡ ਤੋਂ ਐਂਟਰੀ ਲੱਭਣ ਦੀ ਕੋਸ਼ਿਸ਼ ਕਰਦੇ ਸੀ। ਅਸੀਂ ਉੱਥੇ ਐਦਾਂ ਦੇ ਦ੍ਰਿਸ਼ ਦੇਖੇ ਵੀ ਜਿਵੇਂ ਸਾਡੇ ਇੱਥੇ ਨਗਰ ਕੀਰਤਨਾਂ ਦੇ ਵਿੱਚ ਫੁਆਰੇ ਵਾਲੇ ਮਸ਼ੀਨਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਫੁੱਲ ਸਿੱਟੇ ਜਾਂਦੇ ਆ, ਬੋਰੀਆਂ ਦੀਆਂ ਬੋਰੀਆਂ ਫੁੱਲਾਂ ਦੀਆਂ ਭਰੀਆਂ, ਵਧੀਆ ਲੰਗਰ ਲਾਏ, ਵਧੀਆ ਸਵਾਗਤੀ ਗੇਟ ਲਾਏ। ਤੇ ਉਹ ਜਦੋਂ ਉਧਰ ਨੂੰ ਡਿਵਰਟ ਨਹੀਂ ਹੋਇਆ ਤੇ ਚਲੋ ਲੰਗਰ ਤਾਂ ਉੱਥੇ ਦੇ ਜਿਹੜੇ ਸਥਾਨਕ ਲੋਕ ਅਸੀਂ ਉਹ ਵੀ ਛਕਦੇ ਦੇਖੇ ਆ, ਪਰ ਆਪਾਂ ਇਹ ਕਹਿ ਸਕਦੇ ਹਾਂ ਇੱਕ ਵਿਲੱਖਣ ਤਿਆਰੀ ਸੀ ਜਿਹੜੀ ਦਿੱਲੀ ਦੇ ਲੋਕਾਂ ਵੱਲੋਂ ਕੀਤੀ ਗਈ ਸੀ। ਐਵਰੇਜ ਮੰਨ ਕੇ ਚੱਲਿਓ 35 ਕਿਲੋਮੀਟਰ ਦਾ ਜਿਹੜਾ ਉਹ ਰੋਡ ਸੀਗਾ, ਬਹੁਤ ਸੰਘਣੀ ਆਬਾਦੀ ਦਾ ਸੀਗਾ, ਜਿੱਥੇ ਬਹੁਤ ਜ਼ਿਆਦਾ ਸੰਘਣੀ ਆਬਾਦੀ ਸੀ। ਕੋਈ ਮੋੜ, ਕੋਈ ਰਸਤਾ ਐਦਾਂ ਦਾ ਨਹੀਂ ਸੀਗਾ ਜਿਹਦੇ ਉੱਤੇ ਮਤਲਬ ਸਵਾਗਤੀ ਗੇਟ ਨਹੀਂ ਸੀਗੇ, ਜਾਂ ਸਵਾਗਤ ਕਰਨ ਲਈ ਉੱਥੇ ਲੋਕ ਕੁਰਸੀਆਂ ਢਾਹ ਕੇ ਨਹੀਂ ਸੀ ਬੈਠੇ, ਜਾਂ ਇਸ ਸਵਾਗਤ ਲਈ ਉੱਥੇ ਕਿਸੇ ਤਰ੍ਹਾਂ ਦੀ ਕਮੀ ਸੀ। ਇਹ ਬਹੁਤ ਵੱਡਾ ਅਸੀਂ ਇੱਕ ਉੱਥੇ ਦ੍ਰਿਸ਼ ਦੇਖਿਆ ਜਿਹੜਾ ਕਿ ਇੱਕ ਵਿਲੱਖਣ ਦ੍ਰਿਸ਼ ਸੀਗਾ। ਜਾਂ ਆਪਾਂ ਇਦਾਂ ਕਹਿ ਲਈਏ ਕਿ ਆਮ ਗਣ ਜਿਹੜਾ ਆ ਉਹ ਗਣਤੰਤਰ ਦਿਵਸ ਮਨਾਉਣ ਲਈ ਤਿਆਰ ਸੀ, ਖੁਸ਼ ਸੀ, ਉਤਸ਼ਾਹਿਤ ਸੀ ਤੇ ਤੰਤਰ ਦੇ ਸਾਹ ਰੁਕੇ ਹੋਏ ਸੀ ਕਿ ਇਹ ਜਿਹੜੀ ਵੱਖਰੀ ਪਰੇਡ ਹੋਣੀ ਆ ਉਹ ਕਿਵੇਂ ਹੋਣੀ। ਪਰ ਕੁਝ ਚੀਜ਼ਾਂ ਜਿਹੜੀਆਂ ਸੀ ਉਹ ਮਾਹੌਲ ਦੇ ਅਨੁਸਾਰ ਸਾਜ਼ਗਾਰ ਨਹੀਂ ਰਹੀਆਂ ਤੇ ਕੁਝ ਚੀਜ਼ਾਂ ਖਰਾਬ ਜ਼ਰੂਰ ਹੋਈਆਂ। ਜੀ। ਸੋ ਸ਼ਰਮਾ ਜੀ ਤੇ ਬਲਗਾ ਜੀ, ਆਪਾਂ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਨਾ ਚਾਹੁੰਦੇ ਸੀ, ਪਰ ਇਸ ਵੇਲੇ ਸਮਾਂ ਹੀ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਟੂਡੀਓ 'ਚ ਆਉਣ ਲਈ ਗੁਰਨਾਮ ਸਿੰਘ ਬਿਲਗਾ ਜੀ ਤੁਹਾਡਾ ਤੇ ਅੰਮ੍ਰਿਤ ਸ਼ਰਮਾ ਜੀ ਤੁਹਾਡਾ ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਇਸ ਅੰਕ ਨਾਲ ਜੁੜਨ ਲਈ।